for TV shows and 24/7 music. For more information, log into www.mytvc.us. Fun ka hangama, My TV Radio. Welcome to the world of entertainment, connecting people with culture. Enjoy one app for TV shows and 24/7 music. For more information, log into www.mytvc.us. Fun ka hangama, My TV Radio. ਹੈਲੋ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੀ ਹੋਸਟ ਤੇ ਦੋਸਤ ਮੋਨੀ ਗਿੱਲ ਸਤਿ ਸ਼੍ਰੀ ਅਕਾਲ ਨਮਸਕਾਰ ਅਸਲਾਮ ਵਾਲੇਕੁਮ ਮੈਂ ਹਾਂ ਕੁਲਦੀਪ ਗਿੱਲ ਤੇ ਤੁਸੀਂ ਦੇਖ ਰਹੇ ਹੋ ਜਸਟ ਚਿਲ ਵਿਦ ਮਿਸਟਰ ਐਂਡ ਮਿਸਿਸ ਗਿੱਲ ਲੋ ਜੀ ਮਿਸਟਰ ਔਰ ਮਿਸਿਸ ਗਿੱਲ ਅੱਜ ਮੈਂ ਤੇ ਚਿਲ ਹੋ ਕੇ ਬੜਾ ਹਟੀ ਹਾਂ ਕਿਉਂਕਿ ਮੈਨੂੰ ਅੱਜ ਕੱਲ੍ਹ ਕੋਵਿਡ ਦਾ ਸੈਕਿੰਡ ਸ਼ਾਟ ਲੱਗਿਆ ਸੀ ਤੇ ਫੀਵਰ ਚੜ੍ਹਿਆ ਤੇ ਬੜੇ ਚਿਲਿੰਗਸ ਆਈਆਂ ਅਤੇ ਮੈਂ ਕਿਹਾ ਲੋ ਜੀ ਇੱਦਾਂ ਵੀ ਚਿਲ ਹੋ ਕੇ ਵੇਖ ਲਈਏ ਅਤੇ ਅੱਜ ਹੁਣ ਅਗੇਨ ਚਿਲ ਹੋਣ ਵਾਸਤੇ ਅਸੀਂ ਜਾ ਰਹੇ ਹਾਂ ਅੱਜ ਬ੍ਰੇਨ ਨੂੰ ਅਸੀਂ ਚਿਲ ਕਰਨ ਲੱਗੇ ਹਾਂ ਚਿਲ ਕਿਸ ਤਰ੍ਹਾਂ ਕਰਨ ਲੱਗੇ ਹਾਂ ਗਜ਼ਲਾਂ ਦੇ ਨਾਲ ਔਰ ਇਹ ਸਾਡੇ ਜਿਹੜੇ ਅੱਜ ਦੇ ਫਨਕਾਰ ਨੇ ਯੰਗ ਟੈਲੈਂਟ ਹੈ ਪੰਜਾਬ ਤੋਂ ਔਰ ਦੋ ਯੰਗ ਟੈਲੈਂਟ ਲੈ ਕੇ ਆ ਰਹੇ ਹਾਂ ਤਬਲੇ 'ਤੇ ਵਾਜੇ 'ਤੇ ਔਰ ਜਿਹੜਾ ਸਾਡਾ ਵੋਕਲਿਸਟ ਅੱਜ ਦੇ ਪਵਨ ਹੰਸ ਜੀ ਇਹ ਗਜ਼ਲ ਬਹੁਤ ਹੀ ਅੱਛੀ ਮੈਂ ਇਹਨਾਂ ਨੂੰ ਪਰਸਨਲੀ ਵੀ ਸੁਣਿਆ ਔਰ ਮੈਂ ਬੜੀ ਖੁਸ਼ ਵੀ ਹੋਈ ਹਾਂ ਸੁਣ ਕੇ ਕਿ ਅਗਰ ਯੰਗ ਟੈਲੈਂਟ ਸਾਡਾ ਇੰਨਾ ਅੱਛਾ ਗਾ ਰਿਹਾ ਅਤੇ ਆਈ ਥਿੰਕ ਆਉਣ ਵਾਲੇ ਟਾਈਮ ਦੇ ਵਿੱਚ ਮਿਊਜ਼ਿਕ ਸਪੈਸ਼ਲੀ ਜਿਹੜੀ ਗਜ਼ਲ ਹੈ ਉਹ ਕਾਫੀ ਲੌਂਗ ਟਾਈਮ ਤੱਕ ਜ਼ਿੰਦਾ ਰਹੇਗੀ ਅਤੇ ਅੱਜ ਲੋ ਜੀ ਇਹਨਾਂ ਨੂੰ ਸਵਾਗਤ ਕਰਦੇ ਔਰ ਮਾਈ ਟੀ ਵੀ 'ਤੇ ਪਾਉਂਦੇ ਹਾਂ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਦੋਹਾਂ ਦਾ ਮਾਈ ਟੀ ਵੀ 'ਤੇ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਸਾਰਿਆਂ ਨੂੰ ਜਿੰਨੇ ਵੀ ਮਾਈ ਟੀ ਵੀ ਦੇਖ ਰਹੇ ਨੇ ਅਤੇ ਮੇਰਾ ਪੈਰੀ ਪੈਣਾ ਮੋਨੀ ਦੀ ਔਰ ਕੁਲਦੀਪ ਭਾਜੀ ਥੈਂਕ ਯੂ ਪਹਿਲੀ ਗੱਲ ਤਾਂ ਦੱਸ ਮੈਚਿੰਗ ਮੇਰੇ ਨਾਲ ਕਰਕੇ ਆਇਆ ਤੂੰ ਬਾਈ ਦਾ ਵੇ ਮੈਂ ਦੱਸਦਾ ਸਾਡੀ ਆਡੀਅנס ਸਾਡੀ ਕੋਈ ਮੈਚਿੰਗ ਨਹੀਂ ਹੈਗੀ ਅਸੀਂ ਐਕਸੀਡੈਂਟਲ ਮੈਚ ਕੀਤਾ ਅਸੀਂ ਮੈਚ ਕਰ ਰਹੇ ਹਾਂ ਮਤਲਬ ਵੀ ਥਿੰਕ ਲਾਈਕ ਦੈਮ ਹੈ ਨਾ ਮਤਲਬ ਸਾਡੀ ਮਤਲਬ ਸੋਚ ਮਿਲਣ ਲੱਗ ਪਈ ਕਿ ਅਸੀਂ ਅੱਜ ਕਿਹੜਾ ਕੱਪੜਾ ਪਾਉਣਾ ਅਤੇ ਐਨੀਵੇਜ਼ ਅਸੀਂ ਅੱਜ ਪਵਨ ਤੋਂ ਸ਼ੁਰੂਆਤ ਕਰਦੇ ਹਾਂ ਪਵਨ ਆਪਣਾ ਥੋੜ੍ਹੀ ਜਿਹੀ ਆਪਣੀ ਜਰਨੀ ਬਾਰੇ ਦੱਸੋ ਕਿ ਤੁਸੀਂ ਇਸ ਮਿਊਜ਼ਿਕ ਦੀ ਸਿੱਖਿਆ ਕਿੱਥੋਂ ਲਿੱਤੀ ਫਸਟ ਮਤਲਬ ਕਿੱਥੋਂ ਸ਼ੁਰੂਆਤ ਹੋਈ ਫਸਟ ਐਕਚੁਅਲ ਮੇਰੇ ਪਾਪਾ ਖੁਦ ਬਹੁਤ ਅੱਛੇ ਸਿੰਗਰ ਨੇ ਅਤੇ ਉਹਨਾਂ ਤੋਂ ਹੀ ਮੈਂ ਤਾਲੀਮ ਲਿੱਤੀ ਹੈ ਗਾਣੇ ਦੀ ਉਹਨਾਂ ਨੇ ਮੈਨੂੰ ਘਰ ਦੇ ਵਿੱਚ ਹੀ ਸਾਡਾ ਕਿਉਂਕਿ ਸਭ ਕੁਛ ਪਹਿਲੀ ਕੰਮ ਹੈ ਖਾਨਦਾਨੀ ਕੰਮ ਹੈ ਗਾਣ ਵਜਾਉਣ ਦਾ ਅਤੇ ਉਹਨਾਂ ਨੇ ਮੈਨੂੰ ਤਾਲੀਮ ਦਿੱਤੀ ਘਰ ਦੇ ਵਿੱਚ ਸ਼ੁਰੂ ਤੋਂ ਹੀ ਉਹਨਾਂ ਨੇ ਮੈਨੂੰ ਜਦੋਂ ਮੈਂ ਫਸਟ ਕਲਾਸ ਦੇ ਵਿੱਚ ਪੜ੍ਹਦਾ ਸੀ ਤਾਂ ਇੰਟਰਨੈਸ਼ਨਲ ਫੇਅਰ ਹੁੰਦੇ ਸਾਡੇ ਉੱਧਰ ਅਤੇ ਮੈਂ ਫਸਟ ਟਾਈਮ ਗਿਆ ਸੀ ਉੱਥੇ ਅਤੇ ਜਦੋਂ ਮੇਰੇ ਦਾਦੂ ਜੀ ਉਹਨਾਂ ਨੂੰ ਵੀ ਬਹੁਤ ਸ਼ੌਂਕ ਸੀ ਅਤੇ ਉਹਨਾਂ ਨੇ ਦੇਖਿਆ ਕਿ ਸਾਡੇ ਘਰ ਦੇ ਵਿੱਚ ਚਲੋ ਕੋਈ ਹੈ ਇੱਕ ਬੱਚਾ ਜਿਹਨੂੰ ਅਸੀਂ ਅੱਗੇ ਕਰ ਸਕਦੇ ਹਾਂ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਅਤੇ ਮੈਨੂੰ ਹੈਲਪ ਕੀਤੀ ਮੈਨੂੰ ਜਦੋਂ ਮੈਂ ਉਹ ਸ਼ੋਅ ਲਾ ਕੇ ਆਇਆ ਤਾਂ ਮੈਨੂੰ ਉਹਨਾਂ ਨੇ ਅਗਲੇ ਦਿਨ ਹੀ ਹਾਰਮੋਨੀਅਮ ਲੈ ਕੇ ਦਿੱਤਾ ਅਤੇ ਫਿਰ ਜਿਹੜੇ ਮੇਰੇ ਫਾਦਰ ਸਾਹਿਬ ਨੇ ਅਤੇ ਮੇਰੇ ਮਾਤਾ ਜੀ ਉਹਨਾਂ ਨੇ ਸ਼ੁਰੂ ਤੋਂ ਹੀ ਮੈਨੂੰ ਉਸਤਾਦ ਗੁਲਾਮ ਅਲੀ ਖਾਨ ਸਾਹਿਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਅਤੇ ਆਪਣੇ ਮਹਿੰਦੀ ਹਸਨ ਖਾਨ ਸਾਹਿਬ ਇਹਨਾਂ ਲੋਕਾਂ ਨੂੰ ਸੁਣਾਇਆ ਕਿ ਥੋੜ੍ਹਾ ਜਿੰਨਾ ਹੋ ਸਕੇ ਹੈ ਨਾ ਸੁਣ ਕੇ ਅਸੀਂ ਉਹਨਾਂ ਨੂੰ ਫੋਲੋ ਕਰ ਸਕੀਏ ਵਾਹ ਮੈਨੂੰ ਆਪਣੇ ਮੰਮੀ ਡੈਡੀ ਦਾ ਨਾਮ ਵੀ ਦੱਸੋ ਪਲੀਜ਼ ਜੀ ਮੇਰੇ ਪਾਪਾ ਸ਼੍ਰੀ ਸ਼ਮੀ ਹੰਸ ਜੀ ਅਤੇ ਮੰਮੀ ਜੀ ਸ਼੍ਰੀਮਤੀ ਸੰਤੋਸ਼ ਕੁਮਾਰੀ ਵਾਹ ਕੀ ਬਾਤ ਹੈ ਇਸ ਤਰ੍ਹਾਂ ਦੇ ਪੈਰੈਂਟਸ ਨੂੰ ਵੀ ਕਲੈਪ ਜਾਂਦੀ ਹੈ ਔਰ ਅਪਰੀਸ਼ੀਏਸ਼ਨ ਜਾਂਦਾ ਹੈ ਕਿ ਜਦੋਂ ਉਹ ਆਪਣੇ ਬੱਚਿਆਂ ਨੂੰ ਕਿਸੇ ਐਸੀ ਐਕਟੀਵਿਟੀ 'ਚ ਪਾਉਂਦੇ ਆ ਜਿਹੜੀ ਕਿ ਬਹੁਤ ਡਿਫੀਕਲਟ ਹੈ ਗਾਣਾ ਈਜ਼ੀ ਨਹੀਂ ਹੈ ਲੋਕਾਂ ਨੂੰ ਲੱਗਦਾ ਹੋਏਗਾ ਗਾਣਾ ਈਜ਼ੀ ਹੈ ਇਹ ਵਾਹਿਗੁਰੂ ਦਾਤ ਬਖਸ਼ਦਾ ਅਤੇ ਅੱਗੋਂ ਫਿਰ ਅਸੀਂ ਉਹਨੂੰ ਅਡੋਪਟ ਕਰਦੇ ਹਾਂ ਫਿਰ ਤਰਾਸ਼ਦੇ ਹਾਂ ਅਤੇ ਰਿਆਜ਼ ਦੇ ਨਾਲ ਫਿਰ ਉਹਨੂੰ ਨਿਖਾਰਦੇ ਹਾਂ ਔਰ ਹੈਟਸ ਆਫ ਟੂ ਪੇਰੈਂਟਸ ਜਿਹੜੇ ਬੱਚਿਆਂ ਨੂੰ ਇਸ ਪਾਸੇ ਪਾਉਂਦੇ ਆ ਅਤੇ ਆਹ ਦੱਸੋ ਕਿ ਤੁਹਾਡੇ ਨਾਲ ਤਬਲੇ 'ਤੇ ਜਿਹੜੇ ਸਿੰਘ ਨੇ ਇਹ ਹੈਂਡਸਮ ਸਿੰਘ ਇਹਨਾਂ ਦਾ ਥੋੜ੍ਹਾ ਤਾਰੀਫ ਕਰਾਓ ਇਹ ਮੇਰੇ ਵੱਡੇ ਬ੍ਰਦਰ ਨੇ ਸਿਮਰਨ ਭਾਜੀ
ਬਹੁਤ ਹੀ ਬਾਕਮਾਲ ਇਨਸਾਨ ਵੀ ਨੇ ਤੇ ਬਹੁਤ ਚੰਗੇ ਤਬਲਾ ਪਲੇਅਰ ਵੀ ਨੇ। ਅਸੀਂ ਚਾਹਾਂਗੇ ਸਿਮਰਨ ਖੁਦ ਕੁਝ ਬੋਲਣ, ਅਸੀਂ ਦੇਖਣਾ ਚਾਹਾਂਗੇ ਮੂੰਹ 'ਚ ਜ਼ੁਬਾਨ ਹੈਗੀ ਕਿ ਨਹੀਂ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰੇ ਵੱਲੋਂ ਤੇ ਸਤਿ ਸ਼੍ਰੀ ਅਕਾਲ ਮੋਨੀ ਜੀ, ਸਤਿ ਸ਼੍ਰੀ ਅਕਾਲ ਕੁਲਦੀਪ। ਮੈਂ ਕੀ ਬੋਲ ਸਕਦਾ, ਮੇਰਾ ਤੇ ਬਸ ਇਹ ਹੈ ਕਿ ਹਾਥੀ ਬੋਲਦੇ ਨੇ। ਨਹੀਂ, ਕੈਮਰਾ ਦੇ ਪਿੱਛੇ ਜ਼ਿਆਦਾ ਬੋਲਦਾ। ਮੇਰੇ ਦੇ ਪਿੱਛੇ ਵੀ ਬਸ ਬੁਲਵਾ ਲੈਂਦੇ ਨੇ ਜੇ ਬੁਲਵਾਉਣ ਵਾਲੇ। ਜੀ, ਤੁਹਾਡੀ ਤੁਹਾਡੀ ਕਿਸ ਤਰ੍ਹਾਂ ਇਹ ਜਰਨੀ ਸਟਾਰਟ ਹੋਈ ਤਬਲੇ ਦੀ? ਕੀ ਸੋਚਿਆ ਕਿ ਮੈਂ ਤਬਲਾ ਵਜਾਣਾ ਹੈ? ਮੇਰੇ ਵੀ ਘਰ ਦੇ ਵਿੱਚ ਥੋੜਾ ਜਿਹਾ ਮਾਹੌਲ ਹੈਗਾ ਸੀ ਤਬਲੇ ਦਾ ਵੀ, ਗਾਣੇ ਦਾ ਵੀ ਥੋੜਾ, ਜਿੱਦਾਂ ਮੇਰੇ ਚਾਚਾ ਜੀ ਤਬਲਾ ਵਜਾਉਂਦੇ ਨੇ ਤੇ ਉਹਨਾਂ ਵੱਲ ਦੇਖ ਕੇ ਮੇਰਾ ਥੋੜਾ ਜਿਹਾ ਅੱਛਾ ਹੋਇਆ ਕਿ ਮੈਂ ਸਿੱਖਾਂ ਜਾਂ ਵਜਾਵਾਂ। ਤੇ ਉੱਥੋਂ ਫਿਰ ਮੈਂ ਸਟਾਰਟ ਕੀਤਾ ਥੋੜਾ ਕਰੂੰਗੀ, ਫਿਰ ਨਾਲ ਜਿੱਦਾਂ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਵਜਾਉਂਦੇ ਸਨ। ਓਕੇ, ਲੋਕਲ ਗੁਰਦੁਆਰੇ ਸਾਹਿਬ ਜਿੱਦਾਂ ਵਜਾਉਂਦੇ ਸਨ ਤੇ ਉਹਨਾਂ ਕੋਲੋਂ ਮੈਂ ਸਟਾਰਟਿੰਗ ਕੀਤੀ ਤੇ ਅੱਗੇ ਫਿਰ ਉਹਨਾਂ ਕੋਲੋਂ ਸਟਾਰਟਿੰਗ ਕਰਕੇ ਤੇ ਫਿਰ ਮੈਂ ਅੱਗੇ ਹੁਣ ਗੁਰੂ ਜੀ ਨੂੰ ਫੋਲੋ ਕਰ ਰਿਹਾ, ਗੁਰੂ ਜੀ ਮਣੀ ਭਰਦਵਾਜ ਜੀ। ਤੇ ਇਹਨਾਂ ਨੂੰ ਕਾਫੀ ਚਿਰ ਹੋ ਗਿਆ ਫੋਲੋ ਕਰਦੇ ਮੈਨੂੰ, 3-4 ਸਾਲ ਹੋ ਗਏ ਮੈਨੂੰ। ਤੇ ਹੁਣ ਪਿਛਲੇ 1 ਸਾਲ ਤੋਂ ਸ਼ਾਗਿਰਦੀ ਲਿੱਤੀ ਮੈਂ, ਜਿੱਦਾਂ ਹੁਣ ਗੰਡਾਬਦ ਸ਼ਾਗਿਰਦ ਬਣੇ ਹੋ? ਹਾਂਜੀ ਹਾਂਜੀ, ਪਰਫੈਕਟ, ਆਸਮ। ਤੇ ਸਾਲ ਵੀ ਹੋਇਆ ਥੋੜਾ ਜਿਹਾ ਨਾ ਸਿਖਲਾਈ ਸ਼ੁਰੂ ਕੀਤੀ, ਜਿੱਦਾਂ ਸ਼ਾਗਿਰਦੀ ਲਈ ਪ੍ਰੋਪਰ ਤਰੀਕੇ ਨਾਲ ਜਿੱਦਾਂ। ਅੱਛੀ ਗੱਲ ਹੈ। ਚਲੋ ਜੀ, ਗੱਲਾਂ ਦਾ ਸਿਲਸਿਲਾ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ। ਸ਼ੁਰੂ ਤੋਂ ਪਹਿਲਾਂ करामात गिल मसीह, वाह जी वाह, गॉड ब्लेस यू। अश्विनी भरद्वाज, वाह वाह बहुत खूब जियो, गॉड ब्लेस यू। जीत कौर ਤੁਹਾਨੂੰ ਆਪਣਾ ਹਾਰਟ ਭੇਜ ਰਹੇ ਨੇ। ਰਹਿਣਾ ਰਾਹੁਲ, ਜੈ ਮਾਤਾ ਦੀ। ਰਹਿਣਾ ਜੀ ਬਹੁਤ ਦੇਰ ਬਾਅਦ ਤੁਹਾਡੇ ਦਰਸ਼ਨ ਹੋ ਗਏ ਸੀਗੇ। ਰਹਿਣਾ ਰਾਹੁਲ, ਹੈਪੀ ਹੋਲੀ। ਮੋਨੀ ਜੀ, ਕੁਲਦੀਪ ਜੀ, ਵਾਹ ਜੀ ਵਾਹ, ਹੈਪੀ ਹੋਲੀ ਸਾਰਿਆਂ ਨੂੰ। ਤੇ ਲੋ ਜੀ, ਅੱਜ ਮਿਊਜ਼ਿਕ ਦੇ ਰੰਗ ਵਿੱਚ ਰੰਗੇ ਜਾਣਾ। ਅਸੀਂ ਅੱਜ ਦੇ ਪ੍ਰੋਗਰਾਮ ਦੀ ਆਗਾਜ਼ ਕਿਹੜੀ ਗਜ਼ਲ ਨਾਲ ਕਰਨਾ ਚਾਹੋਗੇ ਪਵਨ? ਉਸਤਾਦ ਗੁਲਾਮ ਅਲੀ ਖਾਨ ਸਾਹਿਬ ਦੀ ਬਹੁਤ ਹੀ ਵਧੀਆ ਗਜ਼ਲ। ਵੈਸੇ ਤਾਂ ਉਹਨਾਂ ਦੇ ਸਾਰਾ ਜਿੰਨਾ ਉਹਨਾਂ ਨੇ ਗਾਇਆ ਬਹੁਤ ਬਾਕਮਾਲ ਹੈ, ਪਰ ਜਿਹੜੀ ਮੇਰੇ ਦਿਲ ਦੇ ਬਹੁਤ ਜ਼ਿਆਦਾ ਕਰੀਬ ਹੈ ਗਜ਼ਲ, ਸ਼ੋਰ ਮੈਂ ਥੋੜੀ ਜੀ अर्ज करांगा जी। मेरी नजर से ना हो दूर। क्या बात है, वाह क्या बात है। और कोशिश करांगे जी। किस तरह गुलाम से गजल बगाना और गुनगुनाऊं से वो खाद खाद है। क्या बात। शाखी गुलाब की मैं ज़ख्म हूँ फिर भी गले लगाऊं से
मेरी नजर से न हो दूर एक पल के लिए से न हो दूर क्या बात एक पल के लिए क्या बात क्या बात कहाँ से ढूंढ के लाऊं जरा से वो बदन कहाँ से ढूंढ के लाऊं जरा से वो बदन क्या बात गुड वेरी नाइस वाह जी वाह, बहुत अच्छे। ये कैसा तजुर्बा मुझको हुआ आज की रात, ये कैसा तजुर्बा मुझको हुआ आज की वाह जी। थैंक यू सो मच।
ਕੀ ਬਾਤ ਹੈ। ਜਦੋਂ ਕਈ ਵਾਰ ਨਾ ਆਪਾਂ ਰਿਸਕ ਲੈਂਦੇ ਆ ਮਾਈ ਟੀਵੀ ਤੇ ਔਰ ਸੋਚਦੇ ਆ ਕਿ ਨਵੇਂ ਸਿੰਗਰਾਂ ਨੂੰ ਪਾਈਏ ਕਿ ਨਹੀਂ ਪਾਈਏ, ਲੇਕਿਨ ਫਿਰ ਸੋਚਦੇ ਆ ਕਿ ਜਦੋਂ ਤੁਹਾਡੇ ਵਰਗੇ ਬੱਚਿਆਂ ਨੂੰ ਸੁਣਦੇ ਆ ਇੱਕ ਅੱਛਾ ਵਜਾ ਰਿਹਾ ਔਰ ਇੱਕ ਅੱਛਾ ਗਾ ਰਿਹਾ, ਫਿਰ ਲੱਗਦਾ ਕਿ ਯੈਸ ਟੋਟਲੀ ਡਿਜ਼ਰਵ ਇਟ। ਔਰ ਮੈਂ ਇਸ 'ਚ ਮੈਂ ਮਨੀ ਦੀ ਤਾਰੀਫ ਕਰਨਾ ਚਾਹਾਂਗੀ ਕਿ ਜਦੋਂ ਮਨੀ ਭਰਦਵਾਜ ਬਹੁਤ ਅੱਛੇ ਤਬਲਾ ਪਲੇਅਰ ਨੇ, ਵਨ ਆਫ ਮਾਈ ਫੇਵਰੇਟ ਆਰਟਿਸਟ, ਕਿਆ ਕਮਾਲ ਤਬਲਾ ਵਜਾਉਂਦੇ ਆ। ਔਰ ਉਹਨਾਂ ਨੇ ਜਦੋਂ ਸਿਫਾਰਿਸ਼ ਕਵਾਂਗੀ ਮੈਂ ਵਰਡ, ਜਿਹਨਾਂ ਨੇ ਕਿਹਾ ਦੀਦੀ ਇਹਨਾਂ ਨੂੰ ਸੁਣੋ ਜਰਾ, ਅਤੇ ਕਿਤੇ ਤੁਸੀਂ ਲਾਈਵ ਗਾ ਰਹੇ ਸੀਗੇ ਜਾਂ ਘਰ 'ਚ ਪ੍ਰੈਕਟਿਸ ਕਰ ਰਹੇ ਸੀ, ਅਤੇ ਉਦੋਂ ਮੈਨੂੰ ਸੁਣਾਇਆ ਸੀ ਅਤੇ ਮੈਂ ਕਿਹਾ ਸੀ ਓਕੇ ਲੈਟਸ ਬ੍ਰਿੰਗ ਹਿਮ ਔਨ ਮਾਈ ਟੀਵੀ। ਸੋ ਮੈਂ ਸੋਚਦੀ ਹਾਂ ਕਿ ਵੀ ਮੇਡ ਅ ਗੁੱਡ ਚੋਇਸ ਕਿ ਯੈਸ ਮਾਈ ਟੀਵੀ ਇਜ਼ ਹਰ ਉਸ ਆਰਟਿਸਟ ਲਈ ਹੈ ਜੋ ਅੱਛਾ ਗਾ ਰਿਹਾ, ਜੋ ਅੱਛਾ ਵਜਾ ਰਿਹਾ। ਨਵੇਂ ਹੋ ਪੁਰਾਣੇ ਹੋ ਮੈਟਰ ਨਹੀਂ ਕਰਦਾ, ਅਗਰ ਤੁਹਾਡੇ ਕੋਲ ਟੈਲੈਂਟ ਹੈ ਅਤੇ ਇਹ ਪਲੇਟਫਾਰਮ ਤੁਹਾਡੇ 'ਤੇ ਹੈ। ਅਤੇ ਇੱਥੇ ਮੈਂ ਮਨੀ ਨੂੰ ਬਹੁਤ ਸਾਰਾ ਥੈਂਕ ਯੂ ਕਰਨਾ ਚਾਹਾਂਗੀ, ਲੱਕੀ ਨੂੰ ਥੈਂਕ ਯੂ ਕਰਨਾ ਚਾਹਾਂਗੀ ਕਿ ਇਸ ਤਰ੍ਹਾਂ ਦਾ ਟੈਲੈਂਟ ਲੱਭਦੇ ਨੇ, ਰॉ ਟੈਲੈਂਟ। ਔਰ ਰॉ ਇਸ ਕਰਕੇ ਕਿ ਹਲੇ ਹੋਰ ਨਿਖਰਨਾ, ਹਲੇ ਹੋਰ, ਕਿਉਂਕਿ ਹਲੇ ਤਾਂ ਤੁਹਾਡੀ ਸ਼ੁਰੂਆਤ ਹੈ। ਔਰ ਅਗਰ ਸ਼ੁਰੂਆਤ ਦੇ ਵਿੱਚ ਇੰਨਾ ਅੱਛਾ ਕੰਮ ਕਰ ਰਹੇ ਹੋ ਤੇ ਆਈ ਥਿੰਕ ਯੂ ਗੋਨਾ ਗੋ ਲੌਂਗ ਵੇ। ਕੀ ਖਿਆਲ ਹੈ ਮਿਸਟਰ ਗਿੱਲ? ਹਾਂ, ਸਭ ਤੋਂ ਪਹਿਲਾਂ ਤੇ ਮੈਂ ਸਾਰਿਆਂ ਨੂੰ ਜਿਵੇਂ ਕਹਿੰਦਾ ਤੁਹਾਨੂੰ ਵੀ ਕਹੂੰਗਾ ਕਿ ਮਾਈ ਟੀਵੀ ਤੁਹਾਡਾ ਆਪਣਾ ਟੀਵੀ, ਇਹ ਤੁਹਾਡਾ ਆਪਣਾ ਸਟੇਜ ਹੈ। ਕੋਈ ਝਿਜਕਣ ਦੀ ਜਾਂ ਕੋਈ ਐਸੀ ਗੱਲ ਨਹੀਂ ਹੈਗੀ ਕਿਉਂਕਿ ਸੰਗੀਤ ਇੱਕ ਐਸੀ ਚੀਜ਼ ਹੈ, ਛੋਟਾ ਆਰਟਿਸਟ ਹੋ ਜਾਂ ਵੱਡਾ ਆਰਟਿਸਟ ਹੋ, ਇੱਕ ਹਵਾ ਨਾਲ ਪਲੇ ਕਰ ਰਹੇ ਹੋ ਤੁਸੀਂ। ਉਹ ਕਦੀ ਤੁਹਾਡੇ ਕੋਲ ਆਉਂਦੀ ਹੈ ਅਤੇ ਕਦੀ ਨਹੀਂ ਆਉਂਦੀ। ਇਹ ਰਿਆਜ਼ ਹੈ ਜਿਹੜਾ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਤੁਸੀਂ ਸਾਰੇ ਕਰਦੇ ਹੋ, ਬਟ ਤੁਹਾਡੀ ਏਜ 'ਚ ਜੋ ਤੁਸੀਂ ਕਰ ਰਹੇ ਹੋ ਸ਼ਾਇਦ ਹੋਰ ਲੋਕ ਨਾ ਕਰ ਪਾਉਣ। ਅਤੇ ਸੰਗੀਤ ਬਹੁਤ ਪਿਆਰਾ ਤੁਸੀਂ ਗਾਇਆ। ਅੱਜ ਮੈਂ ਇਹਨੂੰ ਕਿਹਾ ਸੀਗਾ ਕਿ ਮੈਂ ਕਿਹਾ ਯਾਰ ਇੰਡੀਆ ਦਾ ਉੱਧਰ ਫਾਈਨਲ ODI ਚੱਲ ਰਿਹਾ ਹੈ, ਹਾਂ ਇੰਡੀਆ ਇੰਗਲੈਂਡ ਦਾ ਸੀਰੀਜ਼ ਚੱਲ ਰਿਹਾ, ਤੂੰ ਮੈਨੂੰ ਕਿੱਥੇ ਲੈ ਕੇ ਜਾ ਰਹੀ ਹੈ? ਅਤੇ ਕਹਿੰਦੀ ਜਾਣਾ ਜ਼ਰੂਰੀ ਹੈ ਕਿਉਂਕਿ ਮੈਂ ਕਿਹਾ ਇਹ ਸੁਰਾਂ ਦਾ ਯੁੱਧ ਹੋ ਰਿਹਾ। ਜਿਹੜਾ ਸਿੰਗਰ ਹੈ ਸਾਡਾ ਸਿੰਗਰ ਆਰਟਿਸਟ, ਉਹ ਬੜੀ ਮੁਸੀਬਤਾਂ 'ਚੋਂ ਨਿਕਲ ਕੇ ਅੱਜ ਪਹੁੰਚਿਆ ਸ਼ੋਅ 'ਤੇ, ਹੈ ਨਾ। ਸੋ ਮੈਂ ਕਿਹਾ ਫਿਰ ਜਦੋਂ ਮੈਂ ਸੁਣਿਆ ਤੇ ਮੈਂ ਕਿਹਾ ਛੱਡੋ ਕ੍ਰਿਕਟ ਯਾਰ, ਇਹਦੇ ਕੋਲ ਜਾਣਾ ਬਹੁਤ ਜ਼ਰੂਰੀ ਹੈ। ਐਂਡ ਸਿਮਰਨ ਤੁਹਾਡੀ ਗੱਲ ਕਰ ਰਹੇ ਹਾਂ, ਬਹੁਤ ਅੱਛਾ ਵਜਾ ਰਹੇ ਹੋ, ਬਹੁਤ ਅੱਛਾ ਹੱਥ ਹੈ, ਮਿੱਠਾ ਹੈ। ਐਂਡ ਤੁਹਾਡੇ ਜਿਹੜੇ ਗੁਰੂ ਜੀ ਨੇ, ਮੈਂ ਉਹਦਾ ਫੈਨ ਹਾਂ, ਮੈਂ ਮਨੀ ਦਾ ਖੁਦ ਫੈਨ ਹਾਂ। ਸੋ ਜਿੰਨਾ ਉਸ ਤੋਂ ਸਿੱਖ ਸਕੋ, ਕਿਉਂਕਿ ਲਿਟਰਲੀ ਅਗਰ ਤਾਰਿਕ ਖਾਨ ਸਾਹਿਬ ਨੂੰ ਮਿਕਸਰ ਗ੍ਰਾਈਂਡਰ 'ਚ ਪਾਇਆ ਜਾਏ ਤਾਂ ਮਨੀ ਭਰਦਵਾਜ ਬਾਹਰ ਆ ਜਾਂਦਾ। ਸੋ ਜਿੰਨਾ ਤੁਸੀਂ ਉਹਨਾਂ ਤੋਂ ਲਰਨ ਕਰ ਸਕੋ ਗੁੱਡ ਹੈ। ਤੁਹਾਡੀ ਸੰਗਤ ਬਹੁਤ ਅੱਛੀ ਹੈ, ਮਾਹੌਲ ਬਹੁਤ ਅੱਛਾ ਹੈ। ਔਰ ਵੰਸ ਅਗੇਨ ਮਨੀ ਜੀ ਔਰ ਲੱਕੀ ਜੀ ਬਹੁਤ ਬਹੁਤ ਥੈਂਕ ਯੂ ਸਾਨੂੰ ਇੱਕ ਆਰਟਿਸਟ ਦੇਣ ਦਾ, ਉੱਭਰ ਦੇ ਕਲਾਕਾਰ ਦੇਣ ਦਾ ਸਾਨੂੰ। ਮੈਂ ਐਕਚੁਅਲੀ ਜੀ ਉਹਨਾਂ ਬਾਰੇ ਦੱਸਣਾ ਚਾਹੁੰਦਾ, ਜਿਹੜੇ ਉਸਤਾਦ ਮਨੀ ਭਾਰਦਵਾਜ ਜੀ ਤੇ ਸਾਡੇ ਗੁਰੂ ਮਾਤਾ ਜੀ ਜਿਹੜੇ ਨੇ, ਗੁਰੂ ਮਾਤਾ ਐਕਚੁਅਲੀ ਇੰਨੇ ਮਤਲਬ ਤਬਲਾ ਪਲੇਅਰ ਤੇ ਉਸਤਾਦ ਜੀ ਨਹੀਂ, ਮਤਲਬ ਬਹੁਤ ਹੀ ਜ਼ਿਆਦਾ ਵਧੀਆ ਨੇ, ਪਰ ਉਹਦੇ ਨਾਲ ਇੱਕ ਬਹੁਤ ਹੀ ਜ਼ਿਆਦਾ ਚੰਗੇ ਇਨਸਾਨ ਨੇ, ਬਹੁਤ ਜ਼ਿਆਦਾ ਚੰਗੇ ਇਨਸਾਨ ਨੇ। ਮਤਲਬ ਮੈਂ ਆਪਣੀ ਥਿੰਕਿੰਗ ਦੱਸਾਂ ਕਿ ਜੇ ਮੈਂ ਉਹਨਾਂ ਬਾਰੇ ਬੋਲਣਾ ਹੋਵੇ ਤਾਂ ਮੇਰੇ ਵਾਸਤੇ ਤਾਂ ਮਹੀਨਾ ਡੇਢ ਮਹੀਨਾ ਵੀ ਘੱਟ ਹੈ। ਦੈਟਸ ਨਾਈਸ। ਇੰਨਾ ਟਾਈਮ ਸਾਡੇ ਕੋਲ ਨਹੀਂ ਜੀ ਜੀ ਐਕਚੁਅਲੀ ਤੇ ਭਾਜੀ ਤੇ ਉਧਰੋਂ ਸਾਡੇ ਗੁਰੂ ਮਾਂ ਤੇ ਗੁਰੂ ਜੀ ਬਹੁਤ ਜ਼ਿਆਦਾ ਹੈਲਪ ਕਰਦੇ ਨੇ, ਬਹੁਤ ਜ਼ਿਆਦਾ ਸਪੋਰਟ ਕਰਦੇ ਨੇ। ਮੈਨੂੰ ਦੱਸਦੇ ਨੇ ਕਿ ਮੈਨੂੰ ਸਭ ਤੋਂ ਜ਼ਿਆਦਾ ਗਾਈਡੈਂਸ ਮਨੀ ਭਾਜੀ ਤੋਂ ਮਿਲਦੀ ਹੈ, ਉਸਤਾਦ ਜੀ ਤੋਂ। ਮੈਨੂੰ ਕਹਿੰਦੇ ਰਹਿੰਦੇ ਨੇ ਕਿ ਨਹੀਂ ਪਵਨ ਜੀ ਏਦਾਂ ਨਹੀਂ, ਏਦਾਂ ਕਰੋ, ਪਵਨ ਜੀ ਏਦਾਂ ਨਹੀਂ, ਏਦਾਂ ਇਹਨੂੰ ਅਲਫਾਜ਼ ਨੂੰ ਏਦਾਂ ਕਹਿਣਾ ਹੈ, ਇਹਨੂੰ ਏਦਾਂ ਕਹਿਣਾ ਹੈ। ਲੈ ਦਾ ਪੂਰਾ ਉਹਨਾਂ ਦੀ ਮਕਾਮ ਇੱਕ ਦੱਸਿਆ ਕਿ ਕੀ ਹੈ ਕਿੱਦਾਂ। ਮੈਂ ਸੱਚੀ ਮੈਂ ਬਹੁਤ ਜ਼ਿਆਦਾ ਥੈਂਕਸ ਕਰਦਾ ਗੋਡ ਦਾ ਕਿ ਮੈਨੂੰ ਉਹਨਾਂ ਨੇ ਇੰਨੇ ਚੰਗੇ, ਮਤਲਬ ਉਹ ਮੈਨੂੰ ਲਾਈਕ ਐਜ਼ ਅ ਬ੍ਰਦਰ ਮੰਨਦੇ ਨੇ, ਪਰ ਮੈਂ ਜਿਹੜੀ ਦਿਲ ਵਿੱਚ ਉਹਨਾਂ ਦੇ ਵਾਸਤੇ ਜਗ੍ਹਾ ਹੋਈ, ਮੈਂ ਉਹਨਾਂ ਨੂੰ ਆਪਣੇ ਉਸਤਾਦ ਹੀ ਮੰਨਦਾ। ਆਲਵੇਜ਼ ਹੋਣੀ ਚਾਹੀਦੀ ਹੈ। ਗੁਰੂ ਨੂੰ ਇੱਕ ਅਲੱਗ ਦਰਜਾ ਹੀ ਡਿਜ਼ਰਵ ਕਰਦਾ ਹੈ। ਥਾਂ ਤੇ ਮਨੀ ਨੂੰ ਡਿਸਕ੍ਰਾਈਬ ਕਰਨ ਲਈ ਸ਼ਾਇਦ ਕਈ ਵਾਰੀ ਸਾਰੀ ਜ਼ਿੰਦਗੀ ਨਿਕਲ ਜਾਏਗੀ। ਔਰ ਅਗਰ ਉਹ ਸਿਖਾ ਰਿਹਾ ਨਾ, ਮਨੀ ਦੇ ਪਿੱਛੇ ਉਹਨਾਂ ਦੇ ਉਸਤਾਦ ਦੀ ਤਾਂ ਮਿਹਨਤ ਹੈ, ਮਨੀ ਦੇ ਪਿੱਛੇ ਉਹਨਾਂ ਦੇ ਪੈਰੈਂਟਸ ਦੀ ਬਹੁਤ ਜ਼ਿਆਦਾ ਮਿਹਨਤ ਹੈ। ਮਤਲਬ ਉਹਨਾਂ ਦੇ ਫਾਦਰ ਸਾਹਿਬ ਔਰ ਮਦਰ, ਮੈਂ ਜਿੰਨਾ ਸੁਣਨ 'ਚ ਆਇਆ, ਮੈਨੂੰ ਬੜੀ ਇੱਛਾ ਹੁੰਦੀ ਹੈ ਉਹਨਾਂ ਦੇ ਫਾਦਰ ਸਾਹਿਬ ਨੂੰ ਮਿਲਣ ਦੀ, ਕਿ ਉਹਨਾਂ ਨੇ ਬਹੁਤ ਜ਼ਿਆਦਾ ਧਿਆਨ ਦਿੱਤਾ ਮਨੀ 'ਤੇ, ਇਸ ਕਰਕੇ ਮਨੀ ਅੱਜ ਗੁੱਡ ਆਰਟਿਸਟ ਹੈ। ਐਕਚੁਅਲੀ ਉਹ ਨਾਲ ਹੀ ਨੇ, ਸਾਡੇ ਫੇਸਬੁੱਕ ਤੇ ਦੇਖ ਰਹੇ ਨੇ ਸਾਨੂੰ ਲਾਈਵ, ਅਸ਼ਵਨੀ ਭਰਦਵਾਜ ਜੀ ਕਰਕੇ। ਨਮਸਕਾਰ, ਸਤਿ ਸ਼੍ਰੀ ਅਕਾਲ। ਉਹਨਾਂ ਨੂੰ ਸਾਡੇ ਵੱਲੋਂ ਪਿਆਰੀ ਪੈਣਾ,
ਉਹਨਾਂ ਦਾ ਵੀ ਬਹੁਤ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ। ਉਹਨਾਂ ਨੇ ਵੀ ਸਾਨੂੰ ਕਾਫੀ ਇਸ ਪਾਸੇ ਜੋੜਿਆ ਹਨਾ, ਜਿੱਦਾਂ ਸਾਨੂੰ ਬਿਲਕੁਲ ਸਮਝਾਉਂਦੇ ਹੁੰਦੇ ਨੇ। ਜਿੱਦਾਂ ਕੱਲ ਵੀ ਸਾਡੇ ਕੋਲ ਇੱਥੇ ਹੈਗੇ ਸੀ ਤੇ ਕਾਫੀ ਸਮਝਾਇਆ ਉਹਨਾਂ ਨੇ, ਕਾਫੀ ਕੁਝ ਦੱਸਿਆ ਹਨਾ। ਤੇ ਆਪਣੇ ਪੁੱਤਰਾ ਹੁੰਦਾ ਜਿੱਦਾਂ ਇਹ ਲੱਕੀ ਹੋ ਤੁਸੀਂ। ਮੈਂ ਇਹ ਕਹਾਂਗੀ ਕਿ ਤੁਸੀਂ ਲੱਕੀ ਹੋ ਕਿ ਤੁਸੀਂ ਕੈਸੇ ਮਾਹੌਲ 'ਚੋਂ ਕਿ ਤੁਹਾਨੂੰ ਮਿਊਜ਼ਿਕ ਸਿੱਖਣ ਨੂੰ ਮਿਲ ਪਾ ਰਿਹਾ। ਲੋਕੀ ਤਰਸ ਜਾਂਦੇ ਨੇ ਅੱਛਾ ਗੁਰੂ ਲੱਭਣ ਵਾਸਤੇ, ਤਾਂ ਅੱਗੋਂ ਗੁਰੂ ਦੇ ਨਾਲ ਅੱਗੋਂ ਗੁਰੂ ਦੇ ਜਿਹੜੇ ਪੈਰੈਂਟਸ ਨੇ ਅੱਗੋਂ ਉਹ ਤੁਹਾਨੂੰ ਵੀ ਸਿੱਖਿਆ ਦੇ ਰਹੇ ਨੇ। ਇਹਦਾ ਮਤਲਬ ਕਿ ਹਾਊ ਮਚ ਦੇ ਲਵ ਯੂ ਹੈ ਨਾ, ਕਿ ਕਿੰਨਾ ਪਿਆਰ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਤੁਹਾਡੇ। ਕੁਝ ਹੋਰ ਲੋਕ ਸਾਡੇ ਨਾਲ ਜੁੜ ਗਏ ਨੇ। ਰੈਨਾ ਰਾਹੁਲ ਲਿਖ ਰਹੇ ਨੇ, ਸੌਰੀ ਫॉर ਲੇਟ ਜੁਆਇਨਿੰਗ ਫਿਊ ਮੰਥਸ ਬਿਕੋਜ਼ ਬਿਜ਼ੀ ਸਕੇਜੂਲ ਰਿਗਾਰਡਿੰਗ ਨਵਰਾਤਰੇ ਫੈਸਟੀਵਲ। वाह जी वाह। जसकरण सिंह, वाह वाह ऑसम पवन वीर है। जसकरण सिंह कमाल दे सिंगर ते कमाल दे इंसान। जसकरण जी वाह वाह लिख रहे हैं, जसकरण जी ही लिख रहे हैं। क्या बात है। श्रिया चौधरी लिख रही, हैप्पी होली मोनी जी, कुलदीप जी हैप्पी होली, पवन भैया प्रणाम टू ऑल, हैप्पी होली। मे दिस स्पेशल डे bring more soar and joy as we welcome spring and bid farewell to the winter season. Lead the music, see music coming. Okay. ਤੇ ਜਸਕਰਨ ਫਿਰ ਲਿਖ ਰਹੇ, ਚੜ੍ਹਦੀ ਕਲਾ। श्रिया चौधरी, पवन भैया, सिमरन पाजी, पहली बार आपको देखा माई टीवी ਸਾਰਿਆਂ ਦਾ ਧੰਨਵਾਦ ਕਰ ਰਹੀ ਹੈ। ਤੇ ਹੁਣ ਇਹ ਦੱਸੋ ਕਿ ਹੁਣ ਆਪਾਂ ਫਿਰ ਤੁਸੀਂ ਸਾਨੂੰ ਕੀ ਸੁਣਾਉਣ ਲੱਗੇ? ਇਹ ਵੈਸੇ ਮੈਂ ਦੱਸਾਂ ਕਿ ਇਹ ਜਿਹਨੂੰ ਰਿਪਰੈਜ਼ੈਂਟ ਕਰਦੇ ਨੇ ਗੁਲਾਮ ਅਲੀ ਖਾਨ ਸਾਹਿਬ, ਉਹ ਤੇ ਮੈਂ ਸਮਝ ਹੀ ਗਿਆ ਸੀ, ਪਿੱਛੇ ਫੋਟੋ ਦੇਖ ਕੇ ਹੀ ਸਮਝ ਗਿਆ ਸੀ। ਮੇਰੇ ਕਹਿੰਦੇ ਨਾ ਸੋਲ ਔਰ ਹਾਰਟ ਨੇ ਵਨ ਆਫ ਦੀ ਫਾਈਨੈਸਟ ਲੈਜੈਂਡ ਤੇ ਹੈ ਹੀ ਹੈ ਨੇ, ਲੇਕਿਨ ਇਨਸਾਨ ਵੀ ਬੜੇ ਪਿਆਰੇ ਨੇ। ਮਤਲਬ ਜਿੰਨਾ ਵਕਤ ਗੁਜ਼ਾਰਿਆ ਉਹਨਾਂ ਨਾਲ ਕਿਆ ਕਮਾਲ, ਮਜ਼ਾ ਆਉਂਦਾ ਹੈ। ਬਹੁਤ ਅੱਛੇ ਇਨਸਾਨ ਨੇ ਔਰ ਉਹਨਾਂ ਨੂੰ ਤੁਸੀਂ ਕਹਿੰਦੇ ਨਾ ਉਹਨਾਂ ਦੀ ਗਾਇਕੀ ਗਾਣਾ ਬਹੁਤ ਮੁਸ਼ਕਲ ਹੈ, ਕਿਉਂਕਿ ਖਾਨ ਸਾਹਿਬ ਨੇ ਇੰਨੇ ਲੋਕਾਂ ਦੇ ਵਿੱਚ ਉਸ ਟਾਈਮ ਦੇ ਵਿੱਚ ਆਪਣਾ ਨਾਮ ਬਣਾਇਆ ਜਿੱਥੇ ਆਲਰੇਡੀ ਇੰਨੇ ਐਸਟੈਬਲਿਸ਼ ਆਰਟਿਸਟ ਸੀਗੇ, ਲੈਜੈਂਡਸ ਆਲਰੇਡੀ ਸੀਗੇ, ਅਤੇ ਉਹਨਾਂ ਦੇ ਵਿੱਚ ਆ ਕੇ ਗੁਲਾਮ ਅਲੀ ਖਾਨ ਸਾਹਿਬ ਦਾ ਆਪਣਾ ਮੁਕਾਮ ਖੜਾ ਕਰਨਾ ਔਰ ਇੱਕ ਗਜ਼ਲ ਨੂੰ ਇੱਕ ਨਵਾਂ ਰੁੱਖ ਦੇਣਾ, ਅਤੇ ਉਹ ਸਾਡੇ ਦਿਲ ਦੇ ਬਹੁਤ 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 ਸਪੈਸ਼ਲ ਖਾਸ ਜਗ੍ਹਾ ਰੱਖਦੇ ਨੇ। ਔਰ ਸਾਡੇ ਉਸਤਾਦ ਖਾਨਾ ਹੈ, ਮੇਰੇ ਫਾਦਰ ਸਾਹਿਬ ਮੇਰੇ ਫਾਦਰ ਦੇ ਉਸਤਾਦ ਨੇ ਔਰ ਸਾਡਾ ਉਸਤਾਦ ਖਾਨਾ ਹੈ, ਅਤੇ ਉਹਨਾਂ ਨੂੰ ਤਾਂ ਸਰ ਮੱਥੇ 'ਤੇ। ਔਰ ਅੱਜ ਦਾ ਪ੍ਰੋਗਰਾਮ ਪਿੱਛੇ ਮੈਂ ਖਾਨ ਸਾਹਿਬ ਦੀ ਫੋਟੋ ਵੇਖ ਰਹੀ ਹਾਂ ਤਾਂ ਮੈਨੂੰ ਲੱਗ ਰਿਹਾ ਕਿ ਆਲਰੇਡੀ ਬਲੈਸਿੰਗਸ ਮਿਲ ਰਹੀਆਂ ਨੇ, ਹੈ ਨਾ। ਅਤੇ ਹੁਣ ਦੱਸੋ ਕਿ ਹੁਣ ਤੁਸੀਂ ਖਾਨ ਸਾਹਿਬ ਦੀ ਕੀ ਚੀਜ਼ ਸੁਣਾ ਰਹੇ ਹੋ? ਮੈਂ ਉਸਤਾਦ ਜੀ ਦੀ ਗਜ਼ਲ ਬਹੁਤ ਹੀ ਜਿਹੜੀ ਮੇਰੇ ਦਿਲ ਦੇ ਕਰੀਬ ਹੈ, ਇਹ ਮੈਂ ਡੈਡੀਕੇਟ ਕਰਨਾ ਚਾਹੂੰਗਾ ਸਾਡੇ ਗੁਰੂ ਮਹਾਰਾਜ ਜੀ ਨੂੰ, ਕਿਉਂਕਿ ਉਹ ਵੀ ਬਹੁਤ ਜ਼ਿਆਦਾ ਸੁਣਦੇ ਨੇ। ਹਾਏ ਹਾਏ, ਓਕੇ। ਨੈਣਾ ਤੋਂ ਸਿਲਾ ਦੇ। ਆਹਾ, ਕੀ ਬਾਤ। जी
क्या बात। क्या बात, क्या बात है। पहला तो खान साहब बहुत सारा प्यार उस्ताद जी। ऐसे ऐसे कंपोजिशंस ने, ओ माय गॉड, और देखਣ ਨੂੰ ਲੱਗਦੀ ਹੈ ਬੜੀ ਸੂਦਿੰਗ, ਬੜੀ ਸਿੰਪਲ ਜੀ, ਓਹੋ ਹੋ, ਲੇਕਿਨ ਐਸੇ ਐਸੇ ਵਿੱਚ ਜਗ੍ਹਾਵਾਂ ਨੇ। ਔਰ ਉਸਤਾਦ ਜੀ ਦੀ ਇੱਕ ਖਾਸੀਅਤ ਇਹ ਹੈ ਕਿ ਇੱਕ ਅੰਤਰਾ ਦੂਸਰੇ ਅੰਤਰੇ ਨਾਲ ਮੈਚ ਨਹੀਂ ਕਰਦਾ, ਮਤਲਬ ਪਹਿਲਾ ਅੰਤਰਾ ਦੂਸਰੇ ਅੰਤਰੇ ਨਾਲ ਮੈਚ ਨਹੀਂ ਕਰਦਾ। ਉਹਨਾਂ ਦੀ ਕੰਪੋਜੀਸ਼ਨਸ ਦੀ ਇਹ ਖਾਸੀਅਤ ਹੈ। ਔਰ ਬਹੁਤ ਸਾਰੀਆਂ ਉਹਨਾਂ ਦੀ ਜਿਹੜੀ ਕੰਪੋਜੀਸ਼ਨ ਨੇ ਜਿਹੜੀਆਂ ਮੇਰੇ ਬਹੁਤ ਦਿਲ ਦੇ ਕਰੀਬ ਨੇ, ਉਸਤਾਦ ਰਫੀਕ ਜੀ ਦੀ। ਸੋ ਅਗੇਨ ਬਹੁਤ ਅੱਛਾ ਅਟੈਂਪਟ ਹੈ ਪਵਨ। ਕਈ ਵਾਰੀ ਸੋਚੀਦਾ ਹੈ ਕਿ ਵਾਕਈ ਇਹ ਗਾ ਰਿਹਾ ਮੁੰਡਾ, ਕਿਉਂਕਿ ਯੰਗ ਬੱਚਿਆਂ ਨੂੰ ਜਦੋਂ ਅਸੀਂ ਸੁਣਦੇ ਇੰਨਾ ਅੱਛਾ ਗਾਉਂਦੇ ਕਿ ਹਾਰਡ ਟੂ ਬਲੀਵ ਕਿ ਇੰਨਾ ਅੱਛਾ ਗਾ ਰਹੇ ਨੇ। ਹੈਟਸ ਆਫ, ਗੁੱਡ ਜੌਬ। ਥੈਂਕ ਯੂ ਸੋ ਮਚ। ਔਰ ਕਹਿੰਦੇ ਨੇ ਨਾ ਕਿ ਇਹ ਐਸੀ ਗਾਇਕੀ ਹੈ, ਐਸੇ ਲੈਜੈਂਡਸ ਨੇ ਕਿ ਇਹਨਾਂ ਦੇ ਜਿਹੜੇ ਰਾਦੇ ਨੇ, ਇਹਨਾਂ ਦੀ ਜਿਹੜੀ ਕੰਪੋਜੀਸ਼ਨਸ ਹੈ ਸਾਡੇ ਵਿੱਚ ਰਚੀਆਂ ਬਸੀਆਂ ਹੁੰਦੀਆਂ ਨੇ। ਸਾਨੂੰ ਪਤਾ ਹੈ ਕਿ ਇਹ ਮੁੰਡਾ ਜੋ ਉਹਨਾਂ ਨੇ ਗਾਇਆ ਉਹ ਨਿਭਾ ਪਾਏਗਾ, ਕਰ ਪਾਏਗਾ ਕਿ ਨਹੀਂ। ਔਰ ਗੁੱਡ ਜੌਬ, ਯੂ ਡਿਡ ਗੁੱਡ ਜਸਟਿਸ। ਵੈਲ ਕੁਝ ਕਮੈਂਟਸ ਮੈਂ ਜ਼ਰੂਰ ਪੜਾਂਗਾ। ਸਭ ਤੋਂ ਪਹਿਲਾਂ ਮੈਂ ਹਰਸ਼ ਸਿੰਘ ਦਾ ਜ਼ਰੂਰ ਪੜਾਂਗਾ ਕਮੈਂਟ। ਕਹਿੰਦਾ ਇੰਡੀਆ ਜਿੱਤ ਗਈ ਜੀ, ਥੈਂਕ ਯੂ ਸੋ ਮਚ। अजय कुमार लिख रहे वाह जी वाह खान साहब जी। सलीम खान लिख रहे पवन हंस जी सलामत रहें। श्रिया चौधरी बहुत अच्छा गाया। श्रिया चौधरी, पवन भैया डिड जस्टिस टू द सॉन्ग। श्रिया चौधरी, आई हैव टू एग्री, वेरी सूदिंग। श्रिया द गुड चॉइस, मतलब टेस्ट। सलीम खान, बहुत आला भाईजान। श्रिया चौधरी, वेल डन। श्रिया चौधरी वाह वाह। श्रिया ना मतलब अच्छा सुनती है। वाह वाह। श्रिया कौन है लेकिन जो भी है सुरीली है। हाँ एक्चुअली खुद भी बहुत सुरीले ने भाजी। अच्छा हाँ जी, बहुत ਵਧੀਆ ਗਾਉਂਦੇ ਨੇ ਸ਼੍ਰੇया ਜੀ, ਖੁਦ ਬਹੁਤ ਸੁਰੀਲੇ ਨੇ, ਬੜੀ ਅੱਛੀ ਰੂਹ ਹੈ। ਚਲੋ ਕਿਸ ਦਿਨ ਦਰਸ਼ਨ ਕਰਾਂਗੇ। ਲੱਗ ਰਿਹਾ ਕਿਉਂਕਿ ਪਤਾ ਚੱਲ ਰਿਹਾ ਕਿ ਜਦੋਂ ਤੁਹਾਡੀ ਰਾਈਟ ਜਗ੍ਹਾ ਤੇ ਦਾਦ ਮਿਲਦੀ ਹੈ ਨਾ, ਐਕਚੁਅਲੀ ਬੜੀ ਅੱਛੀ ਗੱਲ ਹੈ ਜਿਹੜੇ ਸਾਨੂੰ ਸਾਰੇ ਕਮੈਂਟਸ ਪਾ ਰਹੇ ਆ, ਕਿਉਂਕਿ ਆਰਟਿਸਟ ਵਾਸਤੇ ਬਹੁਤ ਇੰਪੋਰਟੈਂਟ ਹੈ ਉਹ ਜਿਹੜੀ ਮਿਹਨਤ ਕਰਦੇ ਨੇ, ਸਾਲਾਂ ਦਾ ਰਿਆਜ਼ ਹੁੰਦਾ ਹੈ, ਫਿਰ ਨਾਲ ਆਪਣੇ ਜੋੜੀਦਾਰ ਜਿਹੜੇ ਉਹਨਾਂ ਨਾਲ ਬੈਠੇ ਹੁੰਦੇ ਨੇ ਉਹਨਾਂ ਨਾਲ ਪ੍ਰੈਕਟਿਸ ਕਰਨੀ, ਤੇ ਬੜੀ ਮਿਹਨਤ ਦਾ ਕੰਮ ਹੈ ਗਾਇਕੀ। ਔਰ ਰਾਈਟ ਪਲੇਸ ਤੇ ਰਾਈਟ ਦਾਦ ਮਿਲਣਾ ਬੜੀ ਉਹਨਾਂ ਵਾਸਤੇ ਇੱਕ ਖੁਰਾਕ ਦਾ ਕੰਮ ਕਰਦਾ ਹੈ। ਸੋ ਥੈਂਕ ਯੂ ਈਚ ਐਂਡ ਐਵਰੀਵਨ। ਤੁਸੀਂ ਆਪਣੇ ਕਮੈਂਟਸ ਦੇ ਰਹੇ ਹੋ ਔਰ ਇੱਦਾਂ ਹੀ ਦਿੰਦੇ ਰਹੋ, ਇੱਦਾਂ ਹੀ ਪਿਆਰ ਦਿੰਦੇ ਰਹੋ। ਬਾਕੀ ਪਵਨ ਤੁਹਾਡੀ ਮੈਂ ਬਾਇਓ ਪੜ੍ਹੀ, ਤੁਸੀਂ ਕੰਪੀਟੀਸ਼ਨਸ 'ਚ ਵੀ ਗਏ ਹੈਗੇ ਹੋ ਔਰ ਪੰਜਾਬ ਦੀ ਕੰਪੀਟੀਸ਼ਨ ਤੁਸੀਂ ਜਿੱਤੀ ਵੀ ਹੈਗੀ। ਸੋ ਤੁਸੀਂ ਉਸ ਪਲੇਟਫਾਰਮਾਂ ਤੋਂ ਨਿਕਲੇ ਹੋ और कॉम्पिटिशन्स आवाज आ रही है, सुनाई दे रहे? हाँ जी वो थोड़ा भी नेटवर्क प्रॉब्लम से। अच्छा ओके, शायद कोई पटाखे चला रहे होना ना, इंडिया जीत गई। ਕਈ ਵਾਰੀ ਪਤਾ ਕੀ ਹੁੰਦਾ, ਲੋਕੀ ਸੋਚਦੇ ਨੇ ਕਿ ਮਾਈ ਟੀਵੀ ਤੇ ਅਸੀਂ ਇੰਚ ਨਿਊ ਆਰਟਿਸਟ ਕਿਵੇਂ ਲੈ ਕੇ ਆਉਂਦੇ ਆ, ਤੇ ਮੈਂ ਹਮੇਸ਼ਾ ਉਹਨਾਂ ਨੂੰ ਕਹਿਣਾ ਹੁੰਦਾ ਕਿ ਇਮੈਜਿਨ ਇੱਕ ਥਾਂ ਤੇ ਅਮਿਤਾਭ ਬੱਚਨ ਦੀ ਫਿਲਮ ਲੱਗੀ, ਇੱਕ ਥਾਂ ਤੇ ਸ਼ਤਰੂਘਨ ਸਿਨਹਾ ਦੀ ਲੱਗੀ, ਔਰ ਅਚਾਨਕ ਸਲਮਾਨ ਖਾਨ ਮੈਨੇ ਪਿਆਰ ਕੀਆ ਲੈ ਕੇ ਆ ਜਾਂਦਾ ਵਿੱਚ, ਔਰ ਸੁਪਰ ਡੁਪਰ ਹਿੱਟ ਹੋ ਜਾਂਦੀ। ਸੋ ਯੂ ਡੋਂਟ ਨੋ ਕਿ ਕਿਹੜਾ ਆਰਟਿਸਟ ਕਿਹੜੀ ਕੈਪੇਬਿਲਿਟੀ ਨਾਲ ਆ ਰਿਹਾ ਹੈਗਾ। ਪਹਿਲੇ ਮੂਵੀ 'ਚ ਜਾਂ ਕਪਲ ਆਫ ਸ਼ੋਜ਼ 'ਚ ਤੁਸੀਂ ਜੱਜ ਕਰਨਾ ਬਹੁਤ ਮੁਸ਼ਕਿਲ ਹੈ, ਲੇਕਿਨ ਜਿਸ ਸੰਗਤ 'ਚ ਤੁਸੀਂ ਹੋ ਨਾ, ਜਿਹੜਾ ਮਾਹੌਲ ਹੈ ਤੁਹਾਡਾ, ਔਰ ਫਿਰ ਕਿਉਂਕਿ
ਕਹਾਣੀ ਘੁੰਮ ਫਿਰ ਕੇ ਫਿਰ ਮਨੀ ਤੇ ਔਰ ਇਹਨਾਂ ਸਾਰਿਆਂ ਤੇ ਆ ਜਾਂਦੀ ਹੈ। ਉੱਥੇ ਸ਼ੋਰ ਬੋਲੋ। ਮੈਂ ਐਕਚੁਅਲੀ ਖੁਦ ਕਹਿਣਾ ਚਾਹੁੰਦਾ ਸੀ ਇਹ ਗੱਲ, ਕਿਉਂਕਿ ਜਿੰਨਾ ਵੀ ਮੈਂ ਹੁਣ ਗਾ ਰਿਹਾ ਜਾਂ ਜਿੰਨਾ ਵੀ ਮੈਨੂੰ ਦੱਸਿਆ ਹੈ, ਇਹ ਸਭ ਉਸਤਾਦ ਜੀ ਦੀ ਦੇਣ ਹੈ, ਉਸਤਾਦ ਮਨੀ ਭਾਰਦਵਾਜ ਜੀ ਉਹਨਾਂ ਦੀ ਦੇਣ ਹੈ ਸਾਰੀ। ਤੇ ਸਾਡੇ ਭਾਬੀ ਜੀ ਜਿਨ੍ਹਾਂ ਨੂੰ ਅਸੀਂ ਗੁਰੂ ਮਾਤਾ ਵੀ ਕਹਿੰਦੇ ਹਾਂ ਆਪਣੇ, ਇਹ ਐਕਚੁਅਲੀ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ, ਹਰ ਜਗ੍ਹਾ ਤੇ ਸਾਨੂੰ ਦੱਸਦੇ ਨੇ ਵੀ ਨਹੀਂ ਇੱਥੋਂ ਨਹੀਂ ਸਹੀ ਨਹੀਂ ਹੈ, ਇਹਨੂੰ ਸਹੀ ਕਰੋ, ਏਦਾਂ ਨਹੀਂ ਏਦਾਂ ਆਓ, ਏਦਾਂ ਨਹੀਂ ਏਦਾਂ ਆਓ। ਉਹ ਬਹੁਤ ਸਾਡੇ ਵਾਸਤੇ ਇੱਕ ਮਤਲਬ ਅੱਛੀ ਗੱਲ ਹੈ। ਕਿਉਂਕਿ ਮੈਂ ਤੁਹਾਨੂੰ ਦੱਸਾਂ, ਇਹ ਜਿਹੜੇ ਤੁਸੀਂ ਗੁਰੂ ਮਾਤਾ ਕਹਿ ਰਹੇ ਹੋ ਨਾ, ਇਹ ਬਹੁਤ ਵੱਡੇ ਪਿਤਾ ਜੀ ਦੀ ਬੇਟੀ ਹੈ, ਉਹ ਬਹੁਤ ਕਮਾਲ ਦੇ ਸਿੰਗਰ ਸੀਗੇ। ਉਹ ਉਸਤਾਦ ਸਲਾਮਤ ਅਲੀ ਖਾਨ ਸਾਹਿਬ ਦੇ ਸ਼ਾਗਿਰਦ ਸੀਗੇ। ਅਸੀਂ ਛੋਟੇ ਨਾਲ ਉਹਨਾਂ ਨੂੰ ਜਾਣਦੇ, ਬਚਪਨ ਤੋਂ ਮਤਲਬ ਜਾਣਦੇ ਹਾਂ, ਔਰ ਬਹੁਤ ਹੀ ਕਮਾਲ ਦੇ ਸਿੰਗਰ। ਸੋ ਉਹਨਾਂ ਦੀ ਔਲਾਦ ਹੋਣਾ, ਔਰ ਫਿਰ ਮਤਲਬ ਜਿਹੜਾ ਬੱਚਾ ਸੁਰ 'ਚ ਹੀ ਪੈਦਾ ਹੋਇਆ ਔਰ ਜਿਸ ਤਬਲੇ ਦਾ ਸਾਥ ਮਿਲਿਆ ਉਹ ਵੀ ਸੁਰ 'ਚ ਹੈ, ਅਤੇ ਨੈਚੁਰਲੀ ਸੁਰ ਨਿਕਲਣੇ ਨੇ ਬਾਹਰ, ਔਰ ਉਹਨਾਂ ਤੋਂ ਗਾਈਡੈਂਸ ਮਿਲ ਰਹੀ ਹੈ ਤੁਹਾਨੂੰ। ਵੈਰੀ ਗੁੱਡ, ਕੀਪ ਇਟ ਅਪ, ਯੂ ਨੋ। ਔਰ ਹੁਣ ਨਹੀਂ ਥੋੜ੍ਹਾ ਜਿਹਾ ਮੈਂ ਕੁਝ ਸਿਮਰਨ ਦਾ ਪੁੱਛਣਾ ਚਾਹਾਂਗੀ, ਕਿਉਂਕਿ ਸਿਮਰਨ ਨੂੰ ਇੱਕ ਆਲਮੋਸਟ ਸਾਲ ਹੋ ਗਿਆ ਹੈ ਨਾ ਤਬਲਾ ਕਰਦੇ ਹੋਏ, ਅਤੇ ਕਿੰਨਾ ਮੈਂ ਥੋੜ੍ਹਾ ਜਿਹਾ ਡਿਫਰੈਂਸ ਪੁੱਛਣਾ ਚਾਹਾਂਗੀ, ਕਿਉਂਕਿ ਮੇਰਾ ਖੁਦ ਦੀ ਜਿਹੜੀ ਬੈਕਗਰਾਊਂਡ ਹੈ, ਬਹੁਤ ਰਿਲੀਜੀਅਸ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ। ਕਿੰਨਾ ਕੁ ਮੁਸ਼ਕਿਲ ਹੁੰਦਾ ਹੈ ਕਿ ਗੁਰਬਾਣੀ ਵਾਲਾ ਤਬਲਾ ਵਜਾਉਣਾ ਔਰ ਕਮਰਸ਼ੀਅਲ ਵਜਾਉਣਾ, ਕਿੰਨਾ ਕੁ ਡਿਫਿਕਲਟ ਹੈ? ਮੈਨੂੰ ਬਹੁਤ ਜ਼ਿਆਦਾ ਲੱਗਿਆ ਕਿ ਡਿਫਿਕਲਟ। ਗੁਰਬਾਣੀ ਦੇ ਵਿੱਚ ਕੁਛ ਹੋਰ ਤਬਲੇ ਦਾ ਟੋਨ ਜਾਂ ਫਿਰ ਕੁਛ ਹੋਰ ਚੀਜ਼ਾਂ ਜਿੱਦਾਂ ਲੈਣੀਆਂ, ਤੇ ਗਜ਼ਲ ਗਾਇਕੀ ਦੇ ਨਾਲ ਕੁਛ ਹੋਰ ਵਜਾਉਣਾ, ਤੇ ਮੁਸ਼ਕਿਲਾਤਾਂ ਆਈਆਂ? ਮੁਸ਼ਕਿਲ ਮੈਨੂੰ ਬਹੁਤ ਜ਼ਿਆਦਾ ਆਈ ਸੀ, ਕਿਉਂਕਿ ਪਹਿਲੇ ਮੈਂ ਇੰਨਾ ਕੁਛ ਖਾਸ ਸਿੱਖਿਆ ਨਹੀਂ ਸੀ, ਹੈ ਨਾ। ਸ਼ੁਰੂਆਤ ਕੀਤੀ ਜਿੱਦਾਂ ਵੀ ਸੁਣ ਕੇ ਕੱਢਣਾ ਜਿੱਦਾਂ ਹੁੰਦਾ, ਤੇ ਬਾਅਦ 'ਚ ਫਿਰ ਗੁਰੂ ਜੀ ਨੇ ਜਿੱਦਾਂ ਉਸਤਾਦ ਮਨੀ ਭਾਰਦਵਾਜ ਜੀ ਨੇ ਦੱਸਿਆ ਕਿ ਏਦਾਂ ਨਹੀਂ ਏਦਾਂ ਹੁੰਦਾ, ਕਾਫੀ ਉਹਨਾਂ ਨੇ ਮੈਨੂੰ ਸਮਝਾਇਆ, ਕੋਲ ਬਿਠਾ ਕੇ ਕਾਫੀ ਕੁਛ ਦੱਸਿਆ, ਤੇ ਉਹ ਫਿਰ ਬੜੀ ਮੁਸ਼ਕਿਲ ਆਈ ਮੈਨੂੰ ਉਸ ਚੀਜ਼ ਨੂੰ ਕਵਰ ਕਰਨ ਲੱਗਿਆ। ਜਿਹੜਾ ਪੁਰਾਣਾ ਸੀ ਉਹ ਜਾਣ ਲੱਗਿਆ, ਤੇ ਹੁਣ ਨਵਾਂ ਅਡਾਪਟ ਅਸਲੀ ਓਰੀਜਨਲ ਕੰਮ ਜਿਹੜਾ ਉਹ ਆਉਣ ਲੱਗਿਆ, ਥੋੜਾ ਜਿਹਾ ਮੈਨੂੰ ਟਾਈਮ ਲੱਗਾ। ਸਿੰਪਲ ਵਰਡ 'ਚ ਐਕਸਪਲੇਨ ਇੰਝ ਕਰਾਂਗੇ ਕਿ ਜਦੋਂ ਆਪਾਂ ਕੀਰਤਨ ਨਾਲ ਵਜਾਉਂਦੇ ਹਾਂ, ਅਤੇ ਕੀਰਤਨ ਨਾਲ ਬਹੁਤ ਮਹਾਰਥੀ ਵੀ ਹੈਗੇ ਨੇ ਤਬਲਾ ਵਜਾਉਣ ਵਾਲੇ, ਬਹੁਤ ਮਹਾਰਥੀ ਨੇ, ਲੇਕਿਨ ਉਹ ਟੋਟਲੀ ਡਿਫਰੈਂਟ ਫੀਲਡ ਹੈ। ਆਪਾਂ ਅੱਜ ਕ੍ਰਿਕਟ ਦੇਖ ਰਹੇ, ਕ੍ਰਿਕਟ ਦੀ ਗੱਲ ਕਰਾਂ, ਉਹ ਇੰਝ ਜਿਵੇਂ ਇੱਕ ਟੈਸਟ ਮੈਚ ਖੇਡਣਾ ਹੈ ਨਾ, ਆਰਾਮ ਨਾਲ ਠੇਕਾ ਲਾ ਕੇ ਬਹਿਣਾ ਤੇ ਠੇਕਾ ਲਾ ਕੇ ਬੈਠੇ ਰਹੋ, ਕੋਈ ਗੱਲ ਨਹੀਂ, ਜੇ ਇੰਝ ਚੱਲਣਾ ਤਾਂ ਇੰਝ ਚੱਲੋ। ਔਰ ਜਿਹੜਾ ਗਜ਼ਲ ਨਾਲ ਵਜਾਉਣਾ ਨਾ, ਇਹ T20 ਸਟਾਈਲ ਹੈ। 2 ਜਾਂ 3 ਵਾਰੀ ਮੌਕਾ ਮਿਲਦਾ ਹੈ, ਜਦੋਂ ਗਾਣ ਵਾਲਾ ਉਹਨੂੰ ਕਹਿੰਦਾ ਹੁਣ ਚੱਲ, ਅਤੇ ਉਹ ਭਾਵੇਂ ਉਹਦਾ ਦਿਲ ਨਾ ਕਰਦਾ ਹੋਵੇ, ਉਹਨੂੰ ਚੱਲਣਾ ਪੈਂਦਾ। ਅਤੇ ਉਹ ਜਿਹੜੀ ਪਹਿਲਾਂ ਲੱਗੀ ਚੱਲ ਕੇ ਗਿਆ, ਆਮ ਤੌਰ 'ਤੇ ਫਿਰ ਦੂਸਰੀ ਵਾਰੀ ਉਹ ਕੋਸ਼ਿਸ਼ ਕਰਦਾ ਕਿ ਮੈਂ ਦੂਸਰੀ ਲੱਗੀ ਲੈ ਕੇ ਆਵਾਂ, ਦੂਸਰੀ ਤਿਹਾਈ ਲੈ ਕੇ ਆਵਾਂ, ਕਿਉਂਕਿ ਉਹਨੇ ਆਪਣੀ ਖੂਬਸੂਰਤੀ ਵੀ ਦਿਖਾਉਣੀ ਹੈ। ਸੋ ਇਹੀ ਡਿਫਰੈਂਸ ਹੈਗਾ। ਲੇਕਿਨ ਇਹ ਹੌਲੀ ਹੌਲੀ ਸੰਗਤ ਨਾਲ ਉਸਤਾਦਾਂ ਤੋਂ ਸਿੱਖ ਕੇ ਆਏਗਾ। ਇੱਕ ਦਿਨ 'ਚ ਕਦੀ ਕਿਸੇ ਨੂੰ ਆਇਆ ਨਹੀਂ, ਨਾ ਹੀ ਆਏਗਾ। ਪਰ ਬਹੁਤ ਅੱਛਾ, ਆਲਰੇਡੀ ਹੱਥ ਬਹੁਤ ਮਿੱਠਾ ਹੈ ਮੁੰਡੇ ਦਾ, ਸੋ ਬਜਾ ਬਹੁਤ ਅੱਛਾ ਵਜਾ ਰਿਹਾ। ਕੜਾ ਪ੍ਰਸ਼ਾਦ ਬਣਾਉਂਦਾ ਰਿਹਾ ਨਾ, ਇਸ ਕਰਕੇ ਹੱਥ ਮਿੱਠੇ ਨੇ। ਬਿਲਕੁਲ ਸਹੀ। ਤੇ ਯੂ ਨੋ, ਕਿਉਂਕਿ ਹੁਣ ਗੱਲਾਂ ਬਾਤਾਂ ਵਿੱਚ ਨਾਲ ਕਰਨੀਆਂ। ਵੈਸੇ ਦੋਨਾਂ ਜਾਣਿਆਂ 'ਚੋਂ ਕੁਕਿੰਗ ਕੋਈ ਕਰ ਲੈਂਦਾ ਕਿ ਸਿਰਫ ਖਾਣਾ ਹੀ ਆਉਂਦਾ? ਨਹੀਂ, ਮੈਂ ਕਰ ਲੈਂਦਾ। ਮੈਂ ਵੀ ਕਰ ਲੈਂਦਾ ਜੀ। ਕਰ ਲੈਂਦੇ ਹੋ? ਚਲੋ ਅੱਛੀ ਗੱਲ। ਕੁਕਿੰਗ ਬਹੁਤ ਜ਼ਰੂਰੀ ਹੈ। ਬਾਕੀ ਉਹਨਾਂ ਨੇ, ਸਾਡੇ ਗੁਰੂ ਮਹਾਰਾਜ ਜੀ ਨੇ, ਉਹਨਾਂ ਨੇ ਕਾਫੀ ਕੁਛ ਸਿਖਾ ਦਿੱਤਾ ਸਾਨੂੰ। ਗੁਰੂ ਮਾਂ ਦਾ ਸਾਥ ਰਹੇ ਤੇ ਭਾਂਡੇ, ਕੱਪੜੇ, ਝਾੜੂ ਸਭ ਆ ਜਾਏਗਾ। ਪਤਾ ਪੁਰਾਣੇ ਜ਼ਮਾਨਿਆਂ 'ਚ ਜਦੋਂ ਉਸਤਾਦ ਜੀ ਸਾਨੂੰ ਆਪਣੀ ਗੱਲਾਂ ਸ਼ੇਅਰ ਕਰਦੇ ਨਾ, ਗੁਲਾਮ ਅਲੀ ਖਾਨ ਸਾਹਿਬ, ਤਾਂ ਕਹਿੰਦੇ ਸਾਨੂੰ ਬੜੀ ਸੇਵਾ ਕਰਨੀ ਪੈਂਦੀ ਹੁੰਦੀ ਸੀ ਪੁਰਾਣੇ ਜ਼ਮਾਨਿਆਂ ਦੇ ਵਿੱਚ, ਉਸਤਾਦਾਂ ਨੂੰ ਮਲਣਾ, ਸੇਵਾ ਕਰਨੀ। ਸੋ ਤੁਹਾਨੂੰ ਉਹ ਮੌਕਾ ਮਿਲ ਰਿਹਾ ਹੈ। ਔਰ ਐਕਚੁਅਲੀ ਇਹ ਟਰੂ ਮਾਇਨੇ ਦੇ ਵਿੱਚ ਜਿਹੜੇ ਰੀਅਲ ਸ਼ਾਗਿਰਦ ਹੋਇਆ ਕਰਦੇ ਸੀ, ਉਹ ਵਾਕਈ ਇਹ ਸਭ ਚੀਜ਼ਾਂ ਕਰਦੇ ਸੀ। ਇਮੈਜਿਨ ਕਰੋ ਕਿ ਇਹੀ ਚੀਜ਼ਾਂ ਗੁਲਾਮ ਅਲੀ ਖਾਨ ਸਾਹਿਬ ਨੇ ਕੀਤੀਆਂ ਆਪਣੇ ਉਸਤਾਦ ਲਈ, ਹੈ ਨਾ। ਅਤੇ ਸੇਮ ਪ੍ਰੋਸੀਜਰ 'ਚੋਂ ਨਿਕਲੇ ਨੇ। ਇਹ ਲਾਈਫ ਇੰਨੀ ਕੁ ਸੌਖੀ ਹੋ ਗਈ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਕਿ ਖੂਹ ਤੋਂ ਪਾਣੀ ਭਰਨਾ, ਕਿੰਨੀ ਮੀਲ ਤੁਰ ਕੇ ਪਾਣੀ ਲੈ ਕੇ ਆਉਣਾ, ਉਹ ਚੀਜ਼ਾਂ ਤਾਂ ਖਤਮ ਹੋ ਗਈਆਂ ਨੇ। ਹੁਣ ਤਾਂ ਬਟਨ ਦਬਾਓ ਅਤੇ ਪਾਣੀ ਆ ਰਿਹਾ ਹੈ, ਔਰ ਬਿਜਲੀ ਆ ਰਹੀ ਹੈ, ਸਭ ਕੁਛ ਆ ਰਿਹਾ ਹੈ। ਲੇਕਿਨ ਪੁਰਾਣੇ ਟਾਈਮ 'ਚ ਉਹ ਕਹਿੰਦੇ ਸੀ ਵੈਸੇ ਕਿੰਨੀ ਦੇਰ ਪੱਖਾ ਹੀ ਚੱਲਦੇ ਰਹਿੰਦੇ ਹੁੰਦੇ ਸੀ, 5-5, 6-6 ਘੰਟੇ। ਟੇਪ ਚਲਾਓ ਤੇ ਪਿੱਛੋਂ ਗਾਣਾ ਆ ਰਿਹਾ, ਤੁਸੀਂ ਭਾਵੇਂ ਗਾਓ ਨਾ ਗਾਓ।
ਇਹ ਵੀ ਜ਼ਰੂਰੀ ਹੈ ਕਿਉਂਕਿ ਜੇ ਕਹਿੰਦੇ ਨੇ ਸਰੀਲਾ ਗਾਣਾ ਵਜਾਣਾ ਕਰਨਾ ਹੈ ਨਾ, ਜਿੱਦਾਂ ਗੁਰੂ ਜੀ ਵੀ ਦੱਸਦੇ ਨੇ ਤੇ ਗੁਰੂ ਮਾ ਵੀ ਕਹਿੰਦੇ ਜੇ ਗਾਣਾ ਵਜਾਣਾ ਸਰੀਲਾ ਕਰਨਾ ਉਹਦੇ ਵਾਸਤੇ ਖਾਣਾ ਸਰੀਲਾ ਜ਼ਰੂਰੀ ਹੈ। ਇਹ ਤਾਂ ਗੱਲ ਬਿਲਕੁਲ ਸਹੀ ਹੈ, ਬਿਲਕੁਲ ਉਹ ਗੁਰੂ ਮਾ ਜ਼ਰੂਰ ਏਦਾਂ ਦਾ ਸਰੀਲਾ ਖਾਣਾ ਬਣਾਉਂਦੇ ਨੇ, ਐਸਾ ਬਣਾਉਂਦੇ ਨੇ ਤੇ ਤੁਹਾਨੂੰ ਵੀ ਪਤਾ ਹੋਏਗਾ ਸ਼ਾਇਦ। ਬਿਲਕੁਲ ਇਹ ਦਾਤ ਉਹਨਾਂ ਨੂੰ ਆਪਣੀ ਮਦਰ ਤੋਂ ਮਿਲੀ ਹੈ। ਬਿਲਕੁਲ ਬਿਲਕੁਲ ਜੀ, ਸਮਝ ਜੀ ਵੀ ਬਿਲਕੁਲ ਸੁਣਿਆ ਉਹਨਾਂ ਦੇ ਬਾਰੇ। ਤੇ ਹੁਣ ਆਪਾਂ ਸਿਲਸਿਲਾ ਇੱਕ ਤੁਹਾਡੀ ਸ਼੍ਰੀਆ ਚੌਧਰੀ ਜੀ ਹੀ ਲਿਖ ਰਹੇ ਨੇ, ਪਵਨ ਭਈਆ ਕੈਨ ਯੂ ਪਲੀਜ਼ ਸਿੰਗ ਬਹਿ ਜਾ ਮੇਰੇ ਕੋਲ। ਹਾਂ ਮੈਂ ਕਹਿਣ ਨਹੀਂ ਲੱਗੀ ਸੀ, ਮੈਂ ਕਿਹਾ ਕੁਝ ਪੰਜਾਬੀ ਹੋ ਜਾਏ। ਤੇ ਸ਼੍ਰੀਆ ਤੂੰ ਮੇਰਾ ਮਾਈਂਡ ਰੀਡ ਕਰ ਰਹੀ ਹੈ, ਸੋਚੀ ਪੈ ਗਿਆ ਸ਼੍ਰੀਆ ਸੋਚ ਨਹੀਂ ਆਪਣਾ ਪਵਨ ਥੋੜਾ ਚੇਂਜ ਕਰ। मैं जरूर सुनाऊंगा। ठीक है। क्या बात ते मैनू अपनी तोड़ निभा। क्या बात कंजरी बने मेरी इज्जत ना कट दी। क्या बात मच के बैठा मेरे कोल में क्या बात है जबरदस्त। हुण सिंस हुण गाण दे मूड च पंजाबी सुन के आ गई हैं ते वैसे अपनी पसंदीदा किहड़ी गज़ल है जिहड़ी कि तुहानूं लगदा होए कि पवन नूं कि ये मेरा बेस्ट है, ये मेरी सब तो ज़्यादा फेवरेट है और मैं इहनूं बेस्ट गाना, वो किहड़ी गज़ल है? उस्ताद गुलाम अली खान साहब की गज़ल फासले ऐसे भी होंगे। वाह वाह, हो जाए कि पूरा चेंज करना पड़ेगा? ऑल टाइम फेवरेट मेरी भी। लो सुर बड़े ध्यान नाल लाउंगा।
क्या बात। क्या बात। क्या बात। क्या बात। हाँ क्या बात, तबला भी क्या बात। क्या बात। ਵਾਹ ਜੀ ਵਾਹ। वेरी नाइस। ਇੰਨੇ ਲੋਕੀ ਤੁਹਾਨੂੰ ਕਮੈਂਟਸ ਲਿਖ ਰਹੇ ਨੇ
ਕਿ ਸਾਡੇ ਮਾਮਾ ਜੀ ਅਮਰ ਸਿੰਘ ਜੀ ਹਿਊਸਟਨ ਤੋਂ ਬਹੁਤ ਅੱਛੇ ਇਨਸਾਨ ਔਰ ਇਹਨਾਂ ਦੇ ਬੇਟੇ ਬਹੁਤ ਵੱਡੇ ਆਰਟਿਸਟ ਨੇ ਪੰਜਾਬ ਦੇ, ਇਹਨਾਂ ਦੇ ਬੇਟੇ ਔਰ ਬਹੂ ਇਹ ਗੁਰਲੇਜ਼ ਅਖਤਰ ਤੇ ਕੁਲਵਿੰਦਰ ਕੈਲੀ ਦੇ ਪਿਤਾ ਜੀ ਨੇ ਤੇ ਫਾਦਰ ਸਾਹਿਬ। और श्रिया चौधरी लिख रही है आई नीड टू पुट दिस सॉन्ग ऑन माई गज़ल कलेक्शन। श्रिया वेल द मोर यू राइट द मोर वी बिकम योर फैन क्योंकि बहुत खूबसूरत लिख दी है। निखिलप्रीत सिंह ऑसम लिख रहे हैं, जगजीत सिंह सिमर कीप इट अप। श्रिया लिख रही तबला इज़ फिनोमिनल टू। अजय कुमार लिख रहे पवन की आवाज़ कम आ रही है, कम आ रही है। ओके क्योंकि पवन ने पूरा पूरा कहते ना तबले वाले वास्ते गाया है। हर्ष सिंह ले रहे वाह भाजी वाह। सो सानू सही सुनाई दे रही है। सानू मे बी यूज हेडफोन बिकॉज अस हेडफोन पाया तो सानू क्लीयर आवाज़ आई है। और देखो जी तुसी आ जिन्नियां गज़लां गुलाम अली खान साहब दियां गा रहे हो ना, गुलाम अली खान साहब नू गाना बहुत मुश्किल है। लाइक शो दे शुरुआत च ही असीं कहता है कि लेजेंड्स ने लेजेंड्स मेहदी हसन खान साहब और गुलाम अली खान साहब, नुसरत फतेह अली खान साहब, जिन्ने सारे नाम ले जाओ इंडिया वाले पासे। जगजीत सिंह जी नू, हरिहरन जी नू भी गाना बहुत मुश्किल है जी जी। ये भी सौखे सिंगर नहीं है गज़ल सिंगर गाने। लेकिन एंड ऑफ द डे फिर उत्थे आ जाती टीम वर्क, रियाज और माहौल। बाय द वे बहुत अच्छी संगत देती है सिमरन। हाँ, सिमरन यू डिड गुड, बहुत ज़बरदस्त। किते किते तक क्या ही बात बजाए, क्या ही बात। मैं कई बार देखना कि तिहाइयां ते आ रही ने, है ना, आंदियां ने सारे हो जाते हैं, लेकिन कई बारी तुसी जदों सम ते भी बाएं नूं ऐसा जोर दे के लैके आंदे ना तो वो ज़्यादा खूबसूरत हो जाता। तो ये छोटियां छोटियां चीज़ां ने जड़ियां नैचुरली मनी अरगे उस्ताद तो ही तानू आ सकता है, होर कितों नहीं आ सकता। अच्छा जी जी। मैं लगता माइक की आवाज़ बहुत ज़्यादा लाउड हो गई है, की होया? थोड़ा जिहा पिछे थोड़ी जी पिछे बैकग्राउंड नॉइज़ थोड़ी जी आ रही है। तो एनीवेज हुण मैनूं ये दसो कि मैं एक चीज़ ज़रूर पूछना चाहूँगा। मैं तुहाडी बायो च पढ़िया सीगा कि 5 6 7 नाम तुसीं लिखे सी, उन्हां च एक नाम है शंकर महादेवन जी दा पढ़िया सीगा। जी जी जी। उन्हां नाल तुहाडा की रैपो सीगा, की आई मीन व्हाट यू डिड फॉर हिम? एक्चुअली 2009 ਦੇ ਵਿੱਚ ਸਾਰੇ ਗਾਮਾ ਪਾ ਦੇ ਵਿੱਚ ਗਿਆ ਸੀ ਮੈਂ। ਸਾਰੇ ਗਾਮਾ ਪਾ ਦੇ ਵਿੱਚ ਗਿਆ ਸੀ ਤੇ ਮੈਨੂੰ ਸਰ ਉੱਥੇ ਮਿਲੇ ਸੀ ਤੇ ਮੈਂ ਪਰਫਾਰਮ ਕੀਤਾ ਉਹਨਾਂ ਦੇ ਸਾਹਮਣੇ। ਉਹਨਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਮੈਨੂੰ ਤੇ ਮੈਨੂੰ ਕਿਹਾ ਕਿ ਬਹੁਤ ਅੱਛੇ ਪਾਓ, ਹੋਰ ਮਿਹਨਤ ਕਰੋ। ਤੇ ਨਾਲ ਮੇਰੇ ਵਾਸਤੇ ਸਭ ਤੋਂ ਅੱਛੀ ਗੱਲ ਇਹ ਸੀ ਕਿ ਜਿਹੜਾ ਕਿ ਉਹ ਆਪਣੇ ਜਦੋਂ ਬਾਹਰ ਆਏ ਨੇ ਸ਼ੂਟ ਤੋਂ ਬਾਅਦ ਤੇ ਬਾਹਰ ਸਪੈਸ਼ਲੀ ਮੈਨੂੰ ਬੁਲਾ ਕੇ ਉਹਨਾਂ ਨੇ ਮੇਰੇ ਨਾਲ ਕਹਿੰਦੇ ਵੀ ਆਹ ਚੀਜ਼ ਕਹਿੰਦੀ ਮੈਨੂੰ ਚੰਗੀ ਲੱਗੀ। ਉਹਨਾਂ ਨੇ ਮੇਰੇ ਨਾਲ 2 ਲਾਈਨਾਂ ਗਾਈਆਂ ਤੇ ਮੈਨੂੰ ਬਹੁਤ ਚੰਗਾ ਲੱਗਾ। क्या बात है, अच्छी गल है। तो लाइव स्टेज ते जदों किन्नी क वारी गाण दा मौका मिले या कैसे, क्योंकि इन्ने सारे रियलिटी शोज़ दे विच तुसीं गए हो ते उस तो बाद फिर वापस आके पंजाब दे विच किस तरह फीडबैक कैसी मिलदी रही है? एक्चुअली ਜਦੋਂ ਮੈਂ ਰੀਸੈਂਟਲੀ ਦਾ ਵੌਇਸ ਦੇ ਵਿੱਚ ਗਿਆ ਸੀ ਜਿੱਥੇ AR ਰਹਿਮਾਨ ਸਰ ਸੀਗੇ। ਅਰੇ ਵਾਹ। ਤੇ ਉਹਨਾਂ ਸਾਹਮਣੇ ਮੈਂ ਪਰਫਾਰਮ ਕੀਤਾ ਸੀ, ਬਹੁਤ ਅੱਛਾ ਰਿਸਪੌਂਸ ਮਿਲਿਆ। ਦੀ ਮੇਰੀ ਜਿਹੜੀ ਵੀਡੀਓ ਸੀ ਉਹ ਮੌਲਾ ਮੇਰੇ ਲੈ ਮੇਰੀ ਜਾਨ ਗਾਇਆ ਸੀ ਮੈਂ ਉੱਥੇ ਤੇ ਉਹਦੇ ਵਿਊਜ਼ ਸੀਗੇ ਆਈ ਥਿੰਕ 5.5 ਮਿਲੀਅਨ ਵਿਊਜ਼ ਹੋ ਗਏ ਸੀ। ਬੜਾ ਅੱਛਾ ਰਿਸਪੌਂਸ ਮਿਲਿਆ ਸੀ ਇੱਧਰ ਆ ਕੇ। ਬਾਕੀ ਮਤਲਬ ਆਪਣਾ ਆਪਾਂ ਕਹਿ ਸਕੀਏ ਆਪਣੇ ਕੰਮ ਵੱਲੋਂ ਵੀ ਬਹੁਤ ਜ਼ਿਆਦਾ ਫਰਕ ਪਿਆ ਸੀ ਤੇ ਮਤਲਬ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਿਆਰ, ਬਹੁਤ ਸਤਿਕਾਰ ਮਿਲਿਆ। ਤੇ 2 ਕੁ ਲਾਈਨਾਂ ਸੁਣਾ ਸਕਦੇ ਹੋ AR ਰਹਿਮਾਨ ਸਾਹਿਬ ਦੇ ਸਾਹਮਣੇ ਜਿਹੜਾ ਗਾਇਆ ਸੀ? ਜੀ 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 ਜੀ। तेरा रंग थमे तो जीजा तेरा रंग थमे तो जिया तेरे ढंग सिवे तो
तू ही था मौला तू ही मौला मेरे ले ले मेरी जान। तेरे संग की दीवारी तेरे अंगना की छाया तेरे संग सावन आया तेरे चाहे नजरे चाहे पुराने लौट के तू आए आए शर्त लगाने गुड कुलदीप ने अच्छा किया सुन के अच्छा लग्या डिफरेंट ਇਹ 'ਚ ਕੁਛ ਆਪਣਾ ਤੁਸੀਂ ਕੀਤਾ ਉਹ ਵੀ ਬਹੁਤ ਖੂਬਸੂਰਤ ਲੱਗਿਆ ਐਂਡ ਆਪਾਂ ਲੋਕਾਂ ਨੂੰ ਇਹ ਦਿਖਾਉਣਾ ਚਾਹ ਰਹੇ ਸੀ ਕਿ ਪਵਨ ਜੀ ਸਿਰਫ ਗੁਲਾਮ ਅਲੀ ਖਾਨ ਸਾਹਿਬ ਨੂੰ ਨਹੀਂ ਗਾਉਂਦੇ ਹੋਰ ਵੀ ਕੁਝ ਗਾ ਸਕਦਾ ਐਕਚੁਅਲੀ ਜਦੋਂ ਗੁੱਡ ਸਿੰਗਰ ਹੈ ਨਾ ਔਰ ਅੱਛਾ ਸਿੱਖਿਆ ਹੋਵੇ ਤੇ ਫਿਰ ਉਹ ਕੁਝ ਵੀ ਗਾ ਸਕਦਾ ਹੈ। ਹੁਣ ਸਿੱਖਣ ਤੋਂ ਹੀ ਮੈਨੂੰ ਗੱਲ ਯਾਦ ਆਈ ਹੈ ਤੇ ਪਵਨ ਅੱਗੇ ਗਾਂ ਹੁਣ ਤੁਸੀਂ ਕਿਸੇ ਤੋਂ ਟ੍ਰੇਨਿੰਗ ਲੈਣਾ ਚਾਹੋਗੇ ਕੋਈ ਉਸਤਾਦ ਦਿਮਾਗ 'ਚ ਧਾਰਿਆ? जी हाँ जी वैसे तो मैं स्टार्टिंग तो शुरू तो ही मतलब उस्ताद गुलाम अली खान साहब ਨੂੰ ਫੋਲੋ ਕੀਤਾ ਹੈ ਤੇ ਥਿੰਕਿੰਗ ਤਾਂ ਮੇਰੀ ਵੈਸੇ ਉਹਨਾਂ ਬਾਰੇ ਸੀ ਪਰ ਮੈਂ ਜੇ ਆਪਣਾ ਸੋਚਿਆ ਜਾਵੇ ਤਾਂ ਮੈਂ ਹੁਣ ਜਿਹੜੇ ਅੱਜ ਕੱਲ ਚੱਲ ਰਹੇ ਨੇ ਹਾਲਾਤ ਜਿਹੜੇ ਚੱਲ ਰਹੇ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਜਾ ਤੇ ਨਹੀਂ ਸਕਦਾ ਕਿਉਂਕਿ ਉਹ ਵੀ ਨਹੀਂ ਆ ਸਕਦੇ ਹੈ ਨਾ ਜੀ ਤੇ ਨਾ ਉਹਨਾਂ ਨੂੰ ਅਸੀਂ ਇੰਡੀਆ ਬੁਲਾ ਸਕਦੇ ਹਾਂ ਬਿਕੋਜ਼ ਇਹ ਜਿਹੜੇ ਇਹਨਾਂ ਨੇ ਜੋ ਵੀ ਪੋਲਿਟਿਕਸ ਨੇ ਉਹ ਰੱਬ ਜਾਣਦਾ ਹੈ ਬਿਲਕੁਲ ਬਾਕੀ ਉਹਨਾਂ ਤੋਂ ਬਾਅਦ ਜੇ ਮੈਂ ਨਾਮ ਲਵਾਂ ਪੂਰੇ ਵਰਲਡ ਦੇ ਮੈਂ ਗੱਲ ਕਰਾਂਗਾ ਤੇ ਉਹਨਾਂ ਤੋਂ ਬਾਅਦ ਜੇ ਕਿਸੇ ਦਾ ਨਾਮ ਆਉਂਦਾ ਉਸਤਾਦ ਸੁਰਿੰਦਰ ਖਾਨ ਸਾਹਿਬ ਕੀ ਬਾਤ ਵਾਹ ਮੇਰੇ ਵੀ ਫੇਵਰਿਟ ਹੈ ਬਹੁਤ ਅੱਛੇ ਸਿੰਗਰ ਜੀ ਤੇ ਫਿਰ ਮੈਂ ਉਹਨਾਂ ਬਾਰੇ ਆਪਣੇ ਦਿਲ ਦੇ ਵਿੱਚ ਹੈ ਮੇਰੇ ਕਿ ਮੇਰੇ ਉਸਤਾਦ ਜੇ ਮੈਂ ਬਣਾਵਾਂ ਤਾਂ ਉਹਨਾਂ ਨੂੰ ਬਣਾਵਾਂਗਾ। ਮੈਂ ਜ਼ਰੂਰ ਚਾਹਾਂਗੀ ਕਿ ਤੁਸੀਂ ਇਹ ਐਕਸ਼ਨ ਜ਼ਰੂਰ ਲਵੋ ਕਿਉਂਕਿ ਉਸਤਾਦ ਨਾ ਜਿਹੜਾ ਉਸਤਾਦ ਤੁਹਾਨੂੰ ਹੋਰ ਨਿਖਾਰਦਾ ਹੀਰਾ ਜਿਵੇਂ ਹੀਰਾ ਜਿਹੜਾ ਹੁੰਦਾ ਨਾ ਉਹ ਕੋਲੇ ਦੀ ਖਦਾਨ 'ਚ ਹੁੰਦਾ ਤੇ ਉਹਨੂੰ ਖੋਦ ਕੇ ਫਿਰ ਉਹਨੂੰ ਕੱਢ ਕੇ ਫਿਰ ਉਹਨੂੰ ਤਰਾਸ਼ਿਆ ਜਾਂਦਾ ਤਾਂ ਫਿਰ ਉਹ ਹੀਰਾ ਬਣਦਾ ਨਹੀਂ ਤਾਂ ਉਹ ਤੇ ਧੂਲ ਮਿੱਟੀ ਨਹੀਂ ਪਈ ਹੁੰਦੀ ਹੈ ਤੇ ਉਹ ਨਿਖਰਦਾ ਨਹੀਂ ਹੈ ਚਮਕ ਨਹੀਂ ਉਹਦੀ ਸਾਹਮਣੇ ਆਉਂਦੀ ਤੇ ਇਹ ਮੈਂ ਜ਼ਰੂਰ ਚਾਹਾਂਗੀ ਕਿ ਤੁਸੀਂ ਜ਼ਰੂਰ ਸਿੱਖਣਾ ਭਾਵੇਂ ਜਿਹੜਾ ਮਰਜ਼ੀ ਗੁਰੂ ਰੱਖੋ ਸੁਰਿੰਦਰ ਜੀ ਕਰਦੇ ਹੋ ਤਾਂ ਵੈਲ ਐਂਡ ਗੁੱਡ ਮੈਂ ਜ਼ਰੂਰ ਚਾਹਾਂਗੀ ਕਿਉਂਕਿ ਬਹੁਤ ਅੱਛੇ ਖੁਦ ਵੀ ਬਹੁਤ ਅੱਛੇ ਸਿੰਗਰ ਨੇ ਔਰ ਐਸੇ ਘਰਾਣੇ ਤੋਂ ਬਿਲੋਂਗ ਕਰਦੇ ਨੇ ਜਿਨ੍ਹਾਂ ਨੂੰ ਅਸੀਂ ਬਹੁਤ ਦਿਲ ਦੇ ਕਰੀਬ ਹਾਂ ਉਸ ਘਰਾਣੇ ਦੇ ਔਰ ਮੈਂ ਜ਼ਰੂਰ ਚਾਹੂੰਗੀ ਤੁਸੀਂ ਸਿੱਖੋ ਕਿਉਂਕਿ ਸਿੱਖਣ ਜਿੰਨਾ ਸਿੱਖ ਜਾਓਗੇ ਨਾ ਉਨਾ ਨਿਖਾਰ ਆਏਗਾ ਉਨਾ ਹੀ ਨਿਖਾਰ ਆਏਗਾ ਸੋ ਲੁਕਿੰਗ ਫਾਰਵਰਡ ਕਿ ਤੁਸੀਂ ਜਦੋਂ ਇਹ ਨਿਊਜ਼ ਸਾਂਝੀ ਕਰੋਗੇ ਕਿ ਮੈਂ ਗੱਡਾ ਬੰਦ ਸ਼ਾਗਿਰਦ ਬਣ ਗਿਆ ਤੇ ਉਹ ਸਾਡੇ ਲਈ ਵੀ ਬੜੀ ਖੁਸ਼ੀ ਦੀ ਗੱਲ ਹੁੰਦੀ ਹੈ ਕਿਉਂਕਿ ਜਿਹੜਾ ਬੰਦਾ ਮਾਈ ਟੀਵੀ ਤੇ ਆਉਂਦਾ ਨਾ ਸਾਨੂੰ ਇੱਦਾਂ ਹੀ ਜਾਪਦਾ ਹੈ ਸਾਨੂੰ ਇੱਦਾਂ ਹੀ ਲੱਗਦਾ ਕਿ ਉਹ ਸਾਡੀ ਫੈਮਿਲੀ ਦਾ ਇੱਕ ਹਿੱਸਾ ਹੈ ਤੇ ਉਹਨਾਂ ਦੀ ਅਚੀਵਮੈਂਟਸ ਲੱਗਦੀਆਂ ਨੇ ਮੇਰੀ ਆਪਣੀ ਅਚੀਵਮੈਂਟਸ ਨੇ ਸਾਡੀਆਂ ਆਪਣੀਆਂ ਅਚੀਵਮੈਂਟਸ ਨੇ ਉਹਨਾਂ ਨੂੰ ਮਿਲੇ ਤੇ ਨਹੀਂ ਹੈਗੇ ਲੇਕਿਨ ਵੀ ਹੈਡ ਅ ਚਾਂਸ ਸ਼ੋਅ ਕੀਤਾ ਤੇ ਸਾਨੂੰ ਸਾਡਾ ਪਰਿਵਾਰ ਹੀ ਲੱਗਦੇ ਨੇ ਸੋ ਬਹੁਤ ਖੁਸ਼ੀ ਵਾਲੀ ਗੱਲ ਹੋਏਗੀ ਸਾਡੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੋਏਗੀ ਤੇ ਇਹ ਵੀ ਰਸਤਾ ਤੁਹਾਡੇ ਮਨੀ ਪਰਤਵਾਜ ਹੀ ਖੋਲ ਸਕਦੇ ਨੇ ਕਿਉਂਕਿ ਹੀ ਇਜ਼ ਵੈਰੀ ਕਲੋਜ਼ ਟੂ ਹਰ ਬਹੁਤ ਕਲੋਜ਼ ਨੇ ਉਹਨਾਂ ਦੇ ਹਾਂ ਤੇ ਮੈਨੂੰ ਹੁਣ ਇਹ ਦੱਸੋ ਕਿ ਹੁਣ ਤੁਸੀਂ ਕਿਹੜੀ ਗਜ਼ਲ ਸੁਣਾਉਣਾ ਚਾਹੋਗੇ? ਤਬਲਾ ਪਤੰਗ
गजल गजल बहुत अच्छी गजल है। ओके सादरी आहा क्या बात है। जिया ਵੈਰੀ ਨਾਈਸ। ਔਰ ਵੈਸੇ ਹੁਣ ਤੁਹਾਨੂੰ ਦੋਨਾਂ ਨੂੰ ਆਪਸ 'ਚ ਸੰਗਤ ਕਰਦੇ ਹੋਏ ਕਿੰਨਾ ਟਾਈਮ ਹੋ ਗਿਆ? ਕਿੰਨਾ? ਅੱਛਾ, ਫਿਰ ਤੇ ਬਹੁਤ ਅੱਛਾ ਆਪਸ 'ਚ ਇੱਕ ਦੂਜੇ ਨੂੰ ਸਮਝਣ ਲੱਗ ਪਏ ਹੋ। ਕਿਉਂਕਿ ਜਿਹੜੇ ਗਜ਼ਲ ਟਾਈਪ ਦੇ ਸਿੰਗਰ ਨੇ ਉਹ ਬੜੇ ਟਾਈਮ ਤੋਂ ਇੱਕੋ ਹੀ ਉਹਨਾਂ ਦੀ ਜੋੜੀ ਹੁੰਦੀ ਹੈ ਔਰ ਬਹੁਤ ਸਾਲ ਦਰ ਸਾਲ ਇੱਕ ਦੂਜੇ ਨਾਲ ਬਜਾ ਰਹੇ ਹੁੰਦੇ ਨੇ ਤਾਂ ਕਿ ਇੱਕ ਦੂਸਰੇ ਦਾ ਪਤਾ ਹੁੰਦਾ ਕਿ ਇਹਨੇ ਕਿੱਥੇ ਆਉਣਾ ਹੈ ਔਰ ਇਹਨੇ ਕਿੱਥੇ ਕੀ ਕਰਨਾ ਹੈ ਨਾ। ਲੇਕਿਨ ਅਗਰ ਸਿਰਫ 2-3 ਦਿਨ ਦੇ ਵਿੱਚ ਇੰਨਾ ਅੱਛਾ ਤੁਸੀਂ ਇੱਕ ਦੂਜੇ ਨੂੰ ਸੰਗਤ ਦੇ ਰਹੇ ਹੋ ਤੇ ਐਕਚੁਅਲ ਉਹਦੇ ਪਿੱਛੇ ਇਹਦਾ ਹੈ ਨਾ ਕਿ ਗੁਰੂ ਜੀ ਨੇ ਨਾ ਸਾਡੇ ਨਾਲ ਤੇ ਉਹ ਸਾਨੂੰ ਕਰਦੇ ਰਹਿੰਦੇ ਨੇ। ਫਿਰ 1-2 ਦਿਨ 'ਚ ਵੀ ਐਸੇ ਉਸਤਾਦ ਹੋਣ ਦੇ ਨਾਲ ਫਿਰ ਤੇ 1-2 ਦਿਨ ਵੀ ਬਹੁਤ ਹੈ। ਅੱਛਾ ਸਿਮਰਨ, ਮੈਂ ਤੁਹਾਡੇ ਤੋਂ ਪੁੱਛੂੰਗਾ ਕਿ ਤੁਸੀਂ ਤੁਸੀਂ ਦੱਸਿਆ ਕਿ ਕੀਰਤਨ ਜਾਂ ਰਾਗੀਆਂ ਨਾਲ ਵਜਾਉਂਦੇ ਹੋ ਤੇ ਇਸ ਟਾਈਮ ਕਿਸੇ ਜਥੇ ਨਾਲ ਵਜਾ ਰਹੇ ਹੋ, ਤੁਸੀਂ ਸੇਵਾ ਕਰ ਰਹੇ ਹੋ ਕਿਤੇ? ਹਾਂਜੀ, ਮੇਰੇ ਬ੍ਰਦਰ ਨੇ ਭਾਈ ਅਮਰੀਕ ਸਿੰਘ ਜੀ। ਓਕੇ। ਤੇ ਮੈਂ ਉਹਨਾਂ ਦੇ ਨਾਲ ਪਿਛਲੇ 12-13 ਸਾਲ ਤੋਂ ਮੈਂ ਉਹਨਾਂ ਦੇ ਨਾਲ ਹੀ ਸੇਵਾ ਕਰ ਰਿਹਾ। ਕੀ ਬਾਤ ਹੈ। ਤੇ ਉਹ ਕਿਸੇ ਗੁਰੂ ਘਰ ਸੇਵਾ ਕਰ ਰਹੇ ਨੇ ਜਾਂ ਖੁੱਲੇ ਪ੍ਰੋਗਰਾਮ ਕਰਦੇ ਨੇ? ਹਾਂਜੀ, ਉਹ ਇਸ ਟਾਈਮ ਤੇ ਚੰਡੀਗੜ੍ਹ ਹੀ ਕਰ ਰਹੇ ਨੇ। ਕਿਹੜੇ ਗੁਰੂ ਘਰ? 15 ਸੈਕਟਰ ਗੁਰਦੁਆਰਾ ਸਾਹਿਬ। ਤੇ ਕਿਉਂ ਪਤਾ ਹੋਣਾ ਚਾਹੀਦਾ, ਅੱਛਾ ਹੁੰਦਾ ਕਿਉਂਕਿ ਸਾਰਿਆਂ ਲਈ ਚੰਗਾ ਹੁੰਦਾ। ਜੀ ਇਹ ਅੱਛੀ ਗੱਲ ਹੈ ਕਿ ਅਗਰ ਮਿਊਜ਼ਿਕ ਸਾਡੇ ਤਾਂ ਗੁਰੂ ਨਾਨਕ ਸਾਹਿਬ ਨੇ ਕਹਿਤਾ, ਗੁਰੂ ਨਾਨਕ ਦੇਵ ਜੀ ਨੇ ਕਹਿਤਾ ਕਿ ਮਿਊਜ਼ਿਕ ਤੋਂ ਬਿਨਾਂ ਕੁਛ ਨਹੀਂ ਹੈ। ਤੇ ਔਰ ਗੁਰਬਾਣੀ ਜਿਹੜੀ ਹੈ ਹੀ ਸਾਡੀ ਰਾਗਾਂ ਦੇ ਵਿੱਚ ਹੈ ਨਾ। ਤੇ ਮੈਨੂੰ ਤੇ ਜਿਹਨੇ ਇਬਾਦਤ ਕਰ ਲਿੱਤੀ ਹੈ ਗੁਰਬਾਣੀ ਦੀ ਔਰ ਮਿਊਜ਼ਿਕ ਦੀ
ਤੇ ਆਪਣੇ ਆਪ ਹੀ ਰੱਬ ਦੇ ਨੇੜੇ ਪਹੁੰਚ ਜਾਂਦਾ ਉਹ ਬੰਦਾ। ਔਰ ਅੱਛੀ ਗੱਲ ਹੈ ਕਿ ਗੁੱਡ ਲੁਕਿੰਗ ਤਾਂ ਹੈ ਹੀ ਹੈ ਮੁੰਡਾ, ਕਿ ਇੱਕ ਪਾਸੇ ਗੁਰਬਾਣੀ ਵੀ ਕਰਦਾ ਤੇ ਦੂਜੇ ਪਾਸੇ ਆ ਕੇ ਆਪਣਾ ਮਿਊਜ਼ਿਕ ਦੇ ਨਾਲ ਜੁੜਿਆ ਹੋਇਆ, ਤਬਲੇ ਦੀ ਪ੍ਰੈਕਟਿਸ ਕਰਦਾ ਹੈ। ਨਹੀਂ ਤਾਂ ਯੰਗ ਬੱਚਿਆਂ ਨੂੰ ਅੱਜ ਕੱਲ੍ਹ ਅਸੀਂ ਸਿਰਫ ਬੋਡੀ ਬਿਲਡਿੰਗ ਕਰਦੇ ਵੇਖਿਆ ਜਾਂ ਫਿਰ ਮੌਲਾਂ 'ਚ ਘੁੰਮਦੇ ਵੇਖਦੇ ਹਾਂ, ਹੈ ਨਾ। ਸੋ ਇਸ ਮਾਮਲੇ 'ਚ ਮੈਂ ਜ਼ਰੂਰ ਕਹਾਂਗੀ ਕਿ ਅੱਛੀ ਗੱਲ ਹੈ ਕਿ ਅੱਛੇ ਪਾਸੇ ਲੱਗੇ ਹੋ। ਔਰ ਮਿਊਜ਼ਿਕ ਤੁਹਾਨੂੰ ਬਹੁਤ ਡਿਸਪਲਿਨ ਕਰਦਾ, ਕਿਉਂਕਿ ਮਿਊਜ਼ਿਕ ਹੈ ਜਿਹੜਾ ਰਿਆਜ਼ ਮੰਗਦਾ, ਪ੍ਰੈਕਟਿਸ ਮੰਗਦਾ, ਅਤੇ ਉਹ ਇਸ ਕਰਕੇ ਤੁਹਾਨੂੰ ਡਿਸਪਲਿਨ ਕਰਦਾ ਲਾਈਫ ਦੇ ਵਿੱਚ। ਅਤੇ ਇਹ ਮੈਂ ਕਹਾਂਗੀ ਕਿ ਅਗਰ ਇੱਦਾਂ ਹੀ ਕੰਮ ਕਰਦੇ ਰਹੇ ਤੁਸੀਂ ਦੋਨੋਂ ਜਾਣੇ, ਤਾਂ ਫਿਊਚਰ 'ਚ ਜਾ ਕੇ ਬਹੁਤ ਅੱਛਾ ਨਾਮ ਕਮਾਓਗੇ। ਥੈਂਕ ਯੂ ਸੋ ਮਚ। ਪਵਨ ਜੀ ਤੁਸੀਂ ਵੀ ਚੰਡੀਗੜ੍ਹ ਰਹਿੰਦੇ ਹੋ ਜਾਂ ਕਿਤੇ ਹੋਰ? ਹਾਂਜੀ ਹਾਂਜੀ, ਮੈਂ ਐਕਚੁਅਲੀ ਹੁਣ ਉਸਤਾਦ ਜੀ ਹੁਣਾਂ ਨਾਲ ਹੀ ਰਹਿ ਰਿਹਾ। ਅੱਛਾ, ਹਾਂਜੀ। ਤੇ ਬਾਹਰ ਸੈਰ ਸੁਰ ਕਰਨ ਨਿਕਲ ਜਾਂਦੇ ਹੋ ਵੈਸੇ ਰੋਜ਼ ਸਵੇਰੇ ਸ਼ਾਮ? ਨਹੀਂ, ਅੱਜ ਹੀ ਗਿਆ ਸੀ। ਅੱਜ ਹੀ ਗਿਆ ਸੀ, ਫਿਰ ਗੁਰੂ ਮਾਂ ਲੈ ਕੇ ਆਈਏ। ਅੱਜ ਹੀ ਚਲਾ ਗਿਆ ਉਹ ਸਟੋਰੀ ਅਸੀਂ ਦੱਸਣੀ ਨਹੀਂ। नहीं, बाहर निकलना अच्छी गल है, लेकिन बाहर निकल के अंदर जाना बहुत बुरी गल है। ਇਹ ਜਿਹੜੀ ਸਾਡੀ ਆਡੀਅנס ਹੈ ਇਹਨਾਂ ਨੂੰ ਅਸੀਂ ਹਲੇ ਖੁਲਾਸਾ ਨਹੀਂ ਕਰਾਂਗੇ, ਇਨਸਾਈਡ ਜੋਕ ਹੈ। ਤੇ ਲੇਕਿਨ ਮੈਂ ਇਹ ਇੰਨਾ ਜ਼ਰੂਰ ਕਹਾਂਗੀ ਕਿ ਗਾਇਜ਼ ਡੂ ਵੇਅਰ ਮਾਸਕ। ਕਰੋਨਾ ਹਲੇ ਵੀ ਹੈ, ਕਰੋਨਾ ਕਿਤੇ ਨਹੀਂ ਗਿਆ, ਤੇ ਉਹਦਾ ਇੱਕੋ ਹੀ ਇਲਾਜ ਹੈ ਪਰਹੇਜ਼। ਤੇ ਪਰਹੇਜ਼ ਕਰਨ ਵਾਸਤੇ ਮਾਸਕ ਲਗਾਓ। ਮੈਨੂੰ ਪਤਾ ਨਹੀਂ ਕਿ ਇੰਡੀਆ 'ਚ ਇੰਜੈਕਸ਼ਨ ਆ ਚੁੱਕੇ ਨੇ ਕਿ ਨਹੀਂ, ਜ਼ਰੂਰ ਵੈਕਸੀਨੇਟ ਆਪਣੇ ਆਪ ਨੂੰ ਕਰਾਓ ਜਦੋਂ ਵੀ ਮੌਕਾ ਲੱਗੇ। ਥੋੜ੍ਹਾ ਜਿਹਾ ਤੁਹਾਨੂੰ ਬੋਦਰ ਕਰਦਾ ਹੈ ਇੰਜੈਕਸ਼ਨ, ਕਿਉਂਕਿ ਤੁਹਾਡੀ ਬਾਡੀ ਨੂੰ ਰੈਡੀ ਕਰ ਰਿਹਾ ਹੁੰਦਾ ਹੈ ਕਿ ਇਸ ਵਾਇਰਸ ਨੂੰ ਲੜਨ ਵਾਸਤੇ ਤੁਹਾਨੂੰ ਪਾਵਰਫੁਲ ਕਰਦਾ ਹੈ। ਸਾਡਾ ਕੱਲ੍ਹ ਮੇਰਾ ਮਿਸਟਰ ਗਿੱਲ ਦਾ ਕੱਲ੍ਹ ਸੀਗਾ ਸਾਡਾ ਇੰਜੈਕਸ਼ਨ ਲੱਗ ਕੇ ਹਟਿਆ ਸੀ, ਲੇਕਿਨ ਪਰਸੋਂ। ਲੇਕਿਨ ਕਹਿੰਦੇ ਨਾ ਸ਼ੋਅ ਮਸਟ ਗੋ ਔਨ। ਕੱਲ੍ਹ ਦਾ ਇੰਨਾ ਬੁਖਾਰ ਚੜ੍ਹਿਆ ਹੈ ਮੇਰਾ, ਹੁਣ ਵੀ ਮੈਂ ਗੋਲੀ ਖਾ ਕੇ ਬੈਠੀ ਹੋਈ ਹਾਂ। ਲੇਕਿਨ ਇਹ ਮਿਊਜ਼ਿਕ ਇੱਕ ਐਸੀ ਕਹਿ ਲਓ ਵਾਹਿਗੁਰੂ ਨੇ ਇੱਕ ਦਾਤ ਦਿੱਤੀ ਹੈ ਮਿਊਜ਼ਿਕ ਦੇ ਵਿੱਚ ਕਿ ਇਹਨੂੰ ਸੁਣ ਕੇ ਨਾ ਸਾਰੇ ਦਰਦ ਭੱਜ ਜਾਂਦੇ। ਮੈਂ ਕੱਲ੍ਹ ਦੀ ਉੱਠੀ ਨਹੀਂ ਬੈੱਡ 'ਚੋਂ, ਮੈਂ ਨਿਕਲੀ ਨਹੀਂ ਕਿ ਮੈਂ ਕਿਹਾ ਮੈਂ ਬਸ ਲੰਬੀ ਪੈਣਾ ਤਾਂ ਕਿ ਮੈਂ ਪਰਸੋਂ ਵਾਸਤੇ ਰੈਡੀ ਹੋ ਸਕਾਂ ਸ਼ੋਅ ਵਾਸਤੇ। ਤੇ ਔਰ ਇਹਨੇ ਕਿਹਾ ਪਵਨ ਬਹੁਤ ਮਿਹਨਤ ਕਰ ਰਿਹਾ, ਤੇ ਅਸੀਂ ਜ਼ਰੂਰ, ਮੈਂ ਕਿਹਾ ਫਿਰ ਜ਼ਰੂਰ, ਜੇ ਪਵਨ ਇੰਨਾ ਕੁਝ ਕਰ ਰਿਹਾ ਤੇ ਸਾਡਾ ਫਰਜ਼ ਹੈ ਕਿ ਪਵਨ ਸਿਮਰਨ ਨੂੰ ਆ ਕੇ ਮਿਲਣਾ ਚਾਹੀਦਾ ਸਾਨੂੰ। ਬਿਲਕੁਲ ਧੰਨਵਾਦ ਸਾਡੇ ਕਿ ਸਾਨੂੰ ਦਰਸ਼ਨ ਤੁਹਾਡੇ। ਹਾਂਜੀ, ਕਰੋਨਾ ਪਤਾ ਨਹੀਂ ਹੈ ਕਿ ਨਹੀਂ ਹੈ, ਪੁਲਿਸ ਵਾਲਿਆਂ ਦਾ ਡਰ ਬਹੁਤ ਹੈ। ਪੁਲਿਸ ਵਾਲਿਆਂ ਦਾ ਡਰ ਨਹੀਂ, ਮੈਂ ਇਹ ਰੀਅਲੀ ਕਹਾਂਗੀ ਹੈ ਕਰੋਨਾ। ਔਰ ਸਾਡੇ ਲਵ ਵਨਸ ਨੂੰ ਸਾਡੀ ਫੈਮਿਲੀ 'ਚ ਹੋਇਆ, ਔਰ ਉਹ ਬਹੁਤ ਜ਼ਿਆਦਾ ਡਿਸਟਰਬ ਕਰਦਾ ਹੈ। ਕਈਆਂ ਨੂੰ ਤਾਂ ਲੈ ਜਾਂਦਾ ਆਪਣੇ ਨਾਲ ਹੀ। ਸੋ ਮੈਂ ਜ਼ਰੂਰ ਕਹਾਂਗੀ ਕਿ ਪਲੀਜ਼, ਇਹ ਤੁਹਾਡਾ ਇੱਕ ਮਾਧਿਅਮ ਹੈ ਇੰਟਰਨੈਟ, ਕਿ ਸਪੈਸ਼ਲੀ ਤੁਹਾਡੇ ਵਰਗੇ ਯੰਗ ਬੱਚੇ, ਔਰ ਤੈਨੂੰ ਤਾਂ ਹੁਣ ਐਕਸਪੀਰੀਅੰਸ ਹੋ ਗਿਆ ਪਵਨ, ਤਾਜ਼ਾ ਤੇ ਕਿ ਮਾਸਕ ਪਵਨ ਜ਼ਰੂਰ ਬਸ ਜੇਬ 'ਚ ਬਟਵਾ ਹੋਵੇ ਨਾ ਹੋਵੇ, ਸੈਲਫੋਨ ਹੋਵੇ ਨਾ ਹੋਵੇ, ਮਾਸਕ ਹੋਣਾ ਬਹੁਤ ਜ਼ਰੂਰੀ ਹੈ। ਹਾਂ ਬੇਟਾ, ਕਿਉਂਕਿ ਹਰ ਜਗ੍ਹਾ ਤੇ ਗੁਰੂ ਮਾਨ ਨਹੀਂ ਪਹੁੰਚ ਸਕਦੀ। ਚੰਗੀ ਗੱਲ ਹੈ ਕਿ ਆਈ ਹੋਪ ਗੁਰੂ ਮਾਂ ਵੀ ਮਾਸਕ ਪਾ ਕੇ ਗਈ ਹੋਵੇ। ਲੱਕੀ ਤੂੰ ਵੀ ਮਾਸਕ ਪਾ ਕੇ ਰੱਖਿਆ ਕਰ ਪਲੀਜ਼, ਬੀ ਸੇਫ। ਹਾਂ ਦੇਖੋ, ਹਾਸਾ ਮਖੌਲ ਆਪਣੀ ਥਾਂ 'ਤੇ, ਕਿਉਂਕਿ ਬਹੁਤ ਜ਼ਰੂਰੀ ਹੈ ਜ਼ਿੰਦਗੀ 'ਚ। ਲੇਕਿਨ ਜਿਸ ਤਰ੍ਹਾਂ ਤੁਸੀਂ ਲੋਕ ਰਿਆਜ਼ ਕਰ ਰਹੇ ਹੋ, ਮਿਹਨਤ ਕਰ ਰਹੇ ਹੋ, ਸਕਾਈ ਇਜ਼ ਦਾ ਲਿਮਿਟ। ਹਾਲੇ ਤਾਂ ਸ਼ੁਰੂਆਤ ਹੈ ਤੁਹਾਡੀ। ਹਾਲੇ ਇੱਕ ਹਫਤੇ ਦੇ ਵਿੱਚੋਂ 3-4 ਦਿਨ ਬਜਾਏ ਨਾ, ਸਕਾਈ ਇਜ਼ ਦਾ ਲਿਮਿਟ। ਔਰ ਜਿੰਨੇ ਅੱਛੇ ਲੋਕਾਂ ਨਾਲ ਤੁਸੀਂ ਹੋ, ਜਿਵੇਂ ਉਸਤਾਦ ਸੁਰਿੰਦਰ ਜੀ ਦਾ ਨਾਂ ਲਿਆ ਤੁਸੀਂ, ਬਾਕੀ ਸਾਰੇ ਉਸਤਾਦਾਂ ਦਾ, ਇਹਨਾਂ ਦੇ ਘਰ, ਮਨੀ ਹੋਰਾਂ ਦੇ ਘਰ ਅੱਛੇ ਤੋਂ ਅੱਛੇ ਸਿੰਗਰ ਆਉਂਦੇ ਨੇ, ਜਿਹੜੇ ਕਿ ਰੂਬੀ ਵਰਗੇ ਹੋ ਗਏ। ਰੂਬੀ ਇਜ਼ ਡੀਅਰ, ਕਹਿ ਲਓ ਸਿਸਟਰ, ਭੈਣ ਵਾਂਗੂ ਹੀ ਹੈ ਸਾਡੀ। ਬਹੁਤ ਅੱਛੀ ਆਵਾਜ਼ ਉਹਦੀ, ਰੂਹਦਾਰੀ ਵਾਲੀ ਗਾਇਕੀ ਹੈ। ਸੁਰਿੰਦਰ ਜੀ ਹੋ ਗਏ, ਜਾਂ ਹੋਰ ਬਹੁਤ ਸਾਰੇ ਆਰਟਿਸਟ ਇਹਨਾਂ ਕੋਲੇ ਆਉਂਦੇ ਜਾਂਦੇ ਨੇ, ਤੇ ਤੁਹਾਨੂੰ ਬੜਾ ਕੁਝ ਸਿੱਖਣ ਨੂੰ ਮਿਲੇਗਾ। ਔਰ ਬੀ ਓਪਨ, ਮਤਲਬ ਇੱਦਾਂ ਨਾ ਹੋਣਾ ਕਿ ਘਮੰਡ 'ਚ ਆ ਜਾਓ ਕਿ ਉਹ ਮੈਨੂੰ ਤਾਂ ਸਾਰਾ ਕੁਝ ਆ ਗਿਆ। ਬੀ ਓਪਨ, ਕਿਉਂਕਿ ਗਲਾਸ ਅਗਰ ਖਾਲੀ ਹੈ ਨਾ ਤਾਂ ਉਹਨੂੰ ਭਰਿਆ ਜਾ ਸਕਦਾ, ਲੇਕਿਨ ਜੇ ਗਲਾਸ ਆਲਰੇਡੀ ਫੁੱਲ ਹੈ ਨਾ, ਫਿਰ ਉਹਨੂੰ ਭਰਿਆ ਨਹੀਂ ਜਾ ਸਕਦਾ, ਫਿਰ ਪਾਣੀ ਡੁੱਲਣਾ ਸ਼ੁਰੂ ਹੋ ਜਾਂਦਾ ਹੈ ਨਾ। ਸੋ ਸੇਮ ਉਹੀ ਚੀਜ਼ ਹੈ ਕਿ ਆਪਣੇ ਬ੍ਰੇਨ ਨੂੰ ਖਾਲੀ ਰੱਖਣਾ ਕਿ ਮੈਂ ਹੋਰ ਸਿੱਖਣਾ ਹੈ, ਮੈਂ ਹੋਰ ਅਡੋਪਟ ਕਰਨਾ ਹੈ, ਤਾਂ ਤੁਸੀਂ ਸਿੱਖ ਸਕੋਗੇ। ਕਿਉਂਕਿ ਬਹੁਤ ਲੱਕੀ ਹੋ ਕਿ ਤੁਹਾਨੂੰ ਇਹੋ ਜਿਹਾ ਮਾਹੌਲ ਮਿਲਿਆ ਕਿ ਜਿੱਥੇ ਮਿਊਜ਼ਿਕ ਦਾ ਹੀ ਘਰਾਣਾ ਕਹਿ ਲਓ, ਸਾਰੇ ਪਾਸੇ, ਹਰ ਪਾਸੇ ਮਿਊਜ਼ਿਕ ਹੈ। ਤੇ ਇਸ ਕਰਕੇ ਇਸ ਮੌਕੇ ਦਾ ਪੂਰਾ ਫਾਇਦਾ ਉਠਾਉਣਾ, ਇਹ ਹਰ ਕਿਸੇ ਨੂੰ ਮਿਲਦਾ ਨਹੀਂ ਹੈ ਨਾ। ਤੇ ਮੈਂ ਹੁਣ ਇਹ ਜ਼ਰੂਰ ਚਾਹਾਂਗੀ ਕਿ ਹੁਣ ਦੱਸੋ, ਜਾਣ ਲੱਗੇ ਤੁਸੀਂ ਕੋਈ ਚੀਜ਼ ਸਾਂਝੀ ਕਰਨਾ ਚਾਹੋਗੇ? ਵੈਸੇ ਕਦੀ ਮੌਕਾ ਮਿਲਿਆ ਆਪਣਾ ਕੁਝ ਕਰਨ ਦਾ ਕਿ ਹਲੇ ਨਹੀਂ? ਆਪਾਂ ਬਹੁਤ ਜਲਦੀ ਬਹੁਤ ਅੱਛੇ ਕੁਝ ਟਰੈਕਸ ਨੇ ਜਿਹੜੇ ਕਰ ਰਹੇ ਹਾਂ, ਤੇ ਬਹੁਤ ਜਲਦ ਸਾਰਿਆਂ ਦੇ ਸਾਹਮਣੇ ਆਪਾਂ ਪੇਸ਼ ਕਰਾਂਗੇ।
ਕਿਉਂਕਿ ਖੁਦ ਦੇ ਵੀ ਨੇ ਤੇ ਕੁਝ ਕੋਲੈਬੋਰੇਸ਼ਨਸ ਨੇ ਓਕੇ ਜਿਹੜੀਆਂ ਕਰ ਰਹੇ ਆ। ਤੇ ਸਭ ਤੋਂ ਜਿਹੜੀ ਚੰਗੀ ਗੱਲ ਹੈ ਸਾਡੇ ਵਾਸਤੇ, ਮੇਰੇ ਵਾਸਤੇ ਤੇ ਸਿਮਰਨ ਭਾਜੀ ਵਾਸਤੇ, ਹੋਰ ਵੀ ਜਿਹੜੇ ਆਰਟਿਸਟ ਸਾਡੇ ਨਾਲ ਜੁੜੇ ਨੇ, ਕਿ ਸਭ ਤੋਂ ਅੱਛੀ ਗੱਲ ਉਹਦੇ ਵਿੱਚ ਇਹ ਹੈ ਕਿ ਜਿਹੜੇ ਮੈਨੇਜ ਕਰ ਰਹੇ ਨੇ ਸਾਰਾ ਕੁਝ ਉਹ ਸਾਡੇ ਗੁਰੂ ਮਾਨ ਨੇ। ਗੁੱਡ ਓਕੇ ਚਲੋ ਉਹਨਾਂ ਨੂੰ ਤੁਸੀਂ ਬਾਈ ਨੇਮ ਜਾਣਦੇ ਹੋ? ਹਾਂ ਬਿਲਕੁਲ ਲੱਕੀ। ਹਾਂਜੀ ਹਾਂਜੀ ਉਹ ਸਾਰਾ ਮੈਨੇਜ ਕਰ ਰਹੇ ਨੇ ਤੇ ਉਹ ਸਾਰਾ ਜੋ ਵੀ ਹੈ ਉਹ ਦੇਖ ਰਹੇ। ਚਲੋ ਅੱਛੀ ਗੱਲ ਹੈ। ਚਲੋ ਦੈਟਸ ਗੁੱਡ। ਔਰ ਚਾਹਾਂਗੇ ਕਿ ਜ਼ਰੂਰ ਆਪਣੇ ਆਪ ਨੂੰ ਸ਼ਾਗਿਰਦੀ 'ਚ ਪਾਓ ਬਹੁਤ ਜਲਦ ਜਦੋਂ ਵੀ ਮੌਕਾ ਲੱਗੇ, ਕਿਉਂਕਿ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਟਰਮੈਂਡਸ ਚੇਂਜ ਆਉਂਦਾ ਹੈ, ਕਿਉਂਕਿ ਉਸਤਾਦ ਦੀ ਬਖਸ਼ਿਸ਼ ਹੀ ਬੜੀ ਵੱਡੀ ਗੱਲ ਹੈ। ਇੱਕ ਆਸ਼ੀਰਵਾਦ ਜਿਹੜਾ ਹੁੰਦਾ ਨਾ, ਇੱਕ ਬਲੈਸਿੰਗ, ਉਹ ਹੀ ਬਹੁਤ ਵੱਡੀ ਚੀਜ਼ ਹੁੰਦੀ ਹੈ। ਅਤੇ ਉਹ ਨਾਲ ਜਦੋਂ ਨਾਮ ਨਾਲ ਜੁੜਦਾ ਨਾ ਤੇ ਉਹ ਫਿਰ ਬਲੈਸਿੰਗਸ ਮਿਲਦੀਆਂ ਨੇ। ਸਿਮਰਨ ਨੂੰ ਦੇਖ ਲਓ, ਜਦੋਂ ਕਹਿ ਰਿਹਾ ਕਿ ਮੈਨੇ ਟਾਈਮ ਬਾਅਦ ਕੁਛ ਹੋਰ ਵਜਾਉਂਦਾ ਮੈਂ ਹੁਣ ਕਮਰਸ਼ੀਅਲ ਵਜਾ ਰਿਹਾ, ਔਰ ਅੱਜ ਐਸੇ ਮੰਚ 'ਤੇ ਜਿੱਥੇ ਉਸਤਾਦ ਲੋਕ ਵਜਾ ਕੇ ਗਏ ਨੇ, ਉਸਤਾਦ ਲੋਕ ਆਏ ਨੇ ਸਾਡੇ ਚੈਨਲ 'ਤੇ, ਔਰ ਇਹ ਮਨੀ ਕਰਕੇ ਹੋ ਪਾਇਆ ਪੋਸੀਬਲ। ਤੇ ਮੈਂ ਜ਼ਰੂਰ ਚਾਹਾਂਗੀ ਕਿ ਇਹਨੂੰ ਸੀਰੀਅਸਲੀ ਲੈਣਾ ਔਰ ਇਸ ਨੂੰ ਸਿੱਖਦੇ ਰਹਿਣਾ। ਇਸੇ ਚੀਜ਼ ਦਾ ਡਰ ਵੀ ਲੱਗਾ ਹੋਇਆ ਕਿ ਇੱਥੇ ਮੇਰੇ ਉਸਤਾਦ ਜੀ ਨੇ ਲਾਈਵ ਕੀਤਾ ਹੋਇਆ ਨਹੀਂ, ਪਰ ਅਗਰ ਬਹੁਤ ਅੱਛਾ ਕੰਮ ਕਰ ਰਹੇ ਆਲਰੇਡੀ। ਹਰ ਆਰਟਿਸਟ ਡਿਫਰੈਂਟ ਹੈ, ਬਿਲਕੁਲ ਹਰ ਸੰਗੀਤ ਡਿਫਰੈਂਟ, ਸੰਗੀਤ ਉਹੀ ਹੈ ਲੇਕਿਨ ਜਿਹੜਾ ਪਰਫਾਰਮਰ ਹੈ ਐਵਰੀਬਾਡੀ ਇਜ਼ ਡਿਫਰੈਂਟ। ਅਸੀਂ ਕਿਸੇ ਨੂੰ ਕਿਸੇ ਨਾਲ ਮੈਚ ਹੀ ਨਹੀਂ ਕਰ ਸਕਦੇ। ਹਾਂ ਔਰ ਇਹ ਅੱਛੀ ਗੱਲ ਪਤਾ ਕੀ ਹੈ, ਔਰ ਅਸੀਂ ਉਹਨੂੰ ਉਂਝ ਹੀ ਦੇਖਦੇ ਹਾਂ ਜਿਵੇਂ ਉਹ ਹੈ। ਨਹੀਂ, ਇਹ ਉਸਤਾਦਾਂ ਦੀ ਬੜੀ ਵੱਡੀ ਗੱਲ ਹੈ ਕਿ ਆਪਣੇ ਸ਼ਾਗਿਰਦਾਂ ਨੂੰ ਅੱਗੇ ਸਾਹਮਣੇ ਲੈ ਕੇ ਆਉਣਾ। ਇਹ ਬੜੀ ਅੱਛੀ ਗੱਲ ਹੈ ਨਾ, ਕਿ ਇਹ ਹੈਟਸ ਆਫ ਟੂ ਦੈਮ ਕਿ ਹਾਊ ਮਚ ਦੇ ਲਵ ਯੂ। ਔਰ ਤਾਂ ਹੀ ਮੈਂ ਕਹਿਣਾ ਕਿ ਮਿਹਨਤ ਕਰਦੇ ਰਹਿਣਾ, ਉਹਨਾਂ ਦਾ ਨਾਮ ਬਰਕਰਾਰ ਰੱਖਣਾ, ਇਹ ਤੁਹਾਡੇ ਹੱਥ 'ਚ ਹੈ ਕਿ ਆਪਣੀ 100% ਮਿਹਨਤ ਦੇਣਾ। ਅਤੇ ਮੈਂ ਹੁਣ ਪੁੱਛਣਾ ਚਾਹਾਂਗੀ ਪਵਨ, ਜਾਂਦੇ ਜਾਂਦੇ ਤੁਸੀਂ ਕੁਝ ਹੋਰ ਸਾਂਝਾ ਕਰਨਾ ਚਾਹੋਗੇ? ਜੀ ਬਸ ਮੈਂ ਇਹੀ ਕਹਿਣਾ ਚਾਹਾਂਗਾ ਕਿ ਮੈਂ ਸਭ ਤੋਂ ਪਹਿਲਾਂ ਤਾਂ ਮਾਈ ਟੀਵੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦਾ ਕਿ ਸਾਨੂੰ ਮੌਕਾ ਦਿੱਤਾ ਉਹਨਾਂ ਨੇ ਪਰਫਾਰਮ ਕਰਨ ਦਾ। ਤੇ ਮੋਨੀ ਦੀ ਤੇ ਕੁਲਦੀਪ ਭਾਜੀ, ਤੁਹਾਡਾ ਵੀ ਬਹੁਤ ਬਹੁਤ ਥੈਂਕਸ ਕਿ ਤੁਸੀਂ ਬਲੈਸਿੰਗਸ ਦਿੱਤੀਆਂ ਨੇ ਸਾਨੂੰ, ਗੁੱਡ ਵਿਸ਼ੇਸ ਦਿੱਤੀਆਂ ਨੇ ਆਪਣੀਆਂ। ਤੇ ਉਹਦੇ ਨਾਲ ਨਾਲ ਮੈਂ ਉਸਤਾਦ ਮਨੀ ਭਾਰਦਵਾਜ ਜੀ ਔਰ ਸਾਡੇ ਗੁਰੂ ਮਾਨ, ਉਹਨਾਂ ਦਾ ਵੀ ਬਹੁਤ ਬਹੁਤ ਥੈਂਕਸ ਕਰਦਾ, ਕਿਉਂਕਿ ਇਹ ਜੋ ਅੱਜ ਅਸੀਂ ਚੈਨਲ ਦੇ ਮਾਈ ਟੀਵੀ ਤੇ ਲਾਈਵ ਆਏ ਹਾਂ, ਇਹ ਸਭ ਉਹਨਾਂ ਦੀ ਬਦੌਲਤ ਹੈ ਜੀ। ਬਿਲਕੁਲ। ਔਰ ਕੁਝ ਸੁਣਨਾ ਚਾਹੋਗੇ ਜਾਂਦੇ ਇਹਨਾਂ ਦੀ ਇੱਛਾ ਕੁਝ ਸੁਣਾਉਣਾ ਚਾਹੋਗੇ ਜਾਨ ਤੋਂ ਕਹਿੰਦੇ ਜਾਂਦੇ ਜਾਂਦੇ ਚਲਤੇ ਚਲਤੇ? ਕਿਸੇ ਤੁਹਾਡੀ ਸ਼੍ਰੀਆ ਜੀ ਨੇ ਲਿਖਿਆ ਗਏ ਦਿਨੋਂ ਕਾ ਸੁਰਾਗ ਲੇਕਰ। ਜਾਂ ਜੋ ਦਿਲ ਕਰਦਾ ਹੈ ਜਾਂ ਤੁਹਾਡਾ ਆਪਣਾ ਕੋਈ ਗੁਰੂ ਮਾਤਾ ਪੁੱਛ ਲਓ ਕੀ ਸੁਣਾਉਣਾ ਚਾਹੋਗੇ? इधर
ਪਵਨ ਐਂਡ 'ਚ ਜਾਂਦੇ ਜਾਂਦੇ ਮੈਨੂੰ ਨਾ ਤੁਹਾਡੇ 'ਚ ਐਫਰਟਲੈਸ ਸਿੰਗਿੰਗ ਦਿਖਦੀ ਹੈ। ਐਂ ਲੱਗਦਾ ਕਿ ਬੰਦਾ ਜ਼ਿਆਦਾ ਜ਼ੋਰ ਨਹੀਂ ਲਾ ਰਿਹਾ, ਬਹੁਤ ਹੀ ਐਫਰਟਲੈਸ ਹੈ, ਹਾਰਮੋਨੀਅਮ ਵੀ ਬਹੁਤ ਹੀ ਐਫਰਟਲੈਸ ਹੈ ਔਰ ਬਿਲਕੁਲ ਸਕੂਨ ਹੈ, ਕੋਈ ਜਲਦਬਾਜ਼ੀ ਨਹੀਂ ਹੈਗੀ। ਇਹ ਸ਼ਾਇਦ ਪਿੱਛੇ ਗੁਲਾਮ ਅਲੀ ਖਾਨ ਸਾਹਿਬ ਦੀ ਤਸਵੀਰ ਲੱਗਣ ਨਾਲ ਅਸਰ ਹੋਇਆ ਜਾਂ ਮਨੀ ਜੀ ਦੇ ਘਰ ਦਾ ਅਸਰ ਹੋਇਆ ਜਾਂ ਕਿਹਦਾ ਅਸਰ ਹੋਇਆ, ਲੇਕਿਨ ਕਿਸੇ ਚੀਜ਼ ਦਾ ਅਸਰ ਜ਼ਰੂਰ ਹੋਇਆ ਤੁਹਾਡੇ 'ਤੇ। ਔਰ ਕੀਪ ਅਪ ਦਾ ਗੁੱਡ ਵਰਕ। ਔਰ ਲੋਕਾਂ ਦੀ ਗੱਲਾਂ 'ਚ ਬਿਲਕੁਲ ਨਹੀਂ ਆਉਣਾ, ਕੋਈ ਕਵੇ ਕਿ ਆ ਨਹੀਂ ਗਾ ਆ ਕਰ ਉਹ ਕਰ। ਸੋ ਮੰਜ਼ਿਲ ਆਪਣੀ ਅਗਰ ਸਾਹਮਣੇ ਰੱਖੋਗੇ ਨਾ ਤੇ ਉਹ ਉਸ ਮੰਜ਼ਿਲ ਤੇ ਦੇਰ ਨਹੀਂ ਤਾਂ ਸਵੇਰ ਪਹੁੰਚ ਜਾਓਗੇ। ਇੱਕ ਹੋਰ ਇਟਸ ਅਪ ਟੂ ਯੂ, ਤੁਹਾਡੀ ਮਰਜ਼ੀ ਹੈ, ਲੇਕਿਨ ਕਦੀ ਟਾਈਮ ਲੱਗੇ ਜਾਂ ਉਸਤਾਦ ਗੁਲਾਮ ਅਲੀ ਖਾਨ ਸਾਹਿਬ ਨਾਲ ਫੋਨ 'ਤੇ ਵੀ ਗੱਲ ਕਰ ਪਾਓ ਉਹਨਾਂ ਨਾਲ। ਕਈ ਵਾਰੀ ਕਹਿੰਦੇ ਕਿ ਉਸਤਾਦ ਦੀ ਹੈਲੋ ਨਾਲ ਵੀ ਬੜਾ ਫਰਕ ਪੈ ਜਾਂਦਾ ਹੈਗਾ। ਸੋ ਮੇਰੀ ਸਜੈਸ਼ਨ ਹੈ ਕਿ ਉਹ ਕਰੋ, ਔਰ ਜਦੋਂ ਕਦੀ ਇੰਡੀਆ ਤਾਰਿਕ ਖਾਨ ਸਾਹਿਬ ਆਏ, ਇਹ ਜ਼ਰੂਰ ਆਉਣਗੇ ਇਹਨਾਂ ਦੇ ਘਰੇ, ਉਹਨਾਂ ਦੀ ਬਲੈਸਿੰਗ ਜ਼ਰੂਰ ਲੈਣਾ। ਜੀ ਜੀ ਜੀ। ਉਹ ਜਿੰਨੇ ਅੱਛੇ ਤਬਲਾ ਵਾਦਕ ਨੇ ਉਨੇ ਹੀ ਖੂਬਸੂਰਤ ਗਾਇਕ ਵੀ ਨੇ। ਐਕਚੁਅਲੀ ਮੈਂ ਦੱਸਣਾ ਚਾਹਾਂਗਾ ਕਿ ਮੇਰੀ ਬੜੀ ਖੁਸ਼ਨਸੀਬੀ ਹੈ ਕਿ ਮੈਂ ਉਸਤਾਦ ਜੀ ਹੁਣਾਂ ਕੋਲ ਆ ਕੇ ਰਹਿਣਾ ਹੈ। ਤੇ ਪਿੱਛੇ 2-3 ਦਿਨ ਪਹਿਲਾਂ ਦੀ ਗੱਲ ਹੈ, ਉਸਤਾਦ ਤਾਰਿਕ ਖਾਨ ਸਾਹਿਬ ਵੀਡੀਓ ਕਾਲ ਤੇ ਸੀਗੇ ਉਸਤਾਦ ਜੀ ਨਾਲ, ਤੇ ਉਹਨਾਂ ਨੇ ਜਦੋਂ ਮੇਰੀ ਗੱਲ ਕਰਵਾਈ ਉਸਤਾਦ ਜੀ ਉਹਨਾਂ ਨਾਲ, ਤੇ ਉਹਨਾਂ ਨੇ ਬਹੁਤ ਬਲੈਸਿੰਗਸ ਦਿੱਤੀਆਂ ਆਪਣੀਆਂ। ਉਹਨਾਂ ਨੇ ਮਤਲਬ ਬੜੀਆਂ ਅੱਛੀਆਂ ਗੱਲਾਂ ਦੱਸੀਆਂ ਕਿ ਬਸ ਰਿਆਜ਼ ਕਰੋ ਜਿੰਨਾ ਹੋ ਸਕਦਾ, ਤੇ ਬਸ ਆਪਣਾ ਕਹਿੰਦੇ ਜਿੰਨਾ ਹੋ ਸਕਦਾ ਰਿਆਜ਼ ਕਰਕੇ ਆਪਣਾ ਜੋ ਅੱਛਾ ਜਿਹੜਾ ਗਾਣਾ ਹੈ ਉਹ ਦੁਨੀਆ ਤੱਕ ਪਹੁੰਚਾਓ। ਬਿਲਕੁਲ ਬਿਲਕੁਲ, ਇਹ ਸੇਮ ਚੀਜ਼ ਹੀ ਅਸੀਂ ਕਹਿੰਦੇ ਆਪਾਂ ਨੇ ਕਿ ਗਾਣਾ ਪਹੁੰਚਾਉਣਾ, ਸੁਰ ਵਾਲਾ ਗਾਣਾ ਜਿੰਨਾ ਹੋ ਸਕੇ ਪਹੁੰਚਾਉਣਾ। ਔਰ ਅੱਜ ਮਾਈ ਟੀਵੀ ਫਿਰ ਬੜਾ ਆਪਣੇ ਆਪ ਨੂੰ ਲੱਕੀ ਸਮਝਦਾ ਕਿ ਅਸੀਂ ਇੱਕ ਮਾਲਾ ਬਣਾ ਰਹੇ ਹਾਂ ਸੰਗੀਤ ਦੀ, ਇੱਕ ਮੋਤੀ ਚੁਣਨੇ ਔਰ ਉਸ ਮਾਲਾ 'ਚ ਪਰੋਣੇ। ਤੇ ਅੱਜ ਪਵਨ ਔਰ ਸਿਮਰਨ ਵੀ ਉਸ ਮਾਲਾ 'ਚ ਦੋਵੇਂ ਆ ਗਏ ਨੇ। ਤੇ ਧੰਨ ਭਾਗ ਸਾਡੇ ਤੁਹਾਡੇ ਵਰਗੇ ਲੋਕਾਂ ਨੂੰ ਸਾਨੂੰ ਮਿਲਣ ਦਾ ਮੌਕਾ ਮਿਲਿਆ। ਔਰ ਜਿੰਨੇ ਮਰਜ਼ੀ ਬਿਜ਼ੀ ਹੋ ਜਾਓ, ਲੇਕਿਨ ਆਪਣੇ ਉਸਤਾਦ ਨੂੰ ਔਰ ਆਪਣੇ ਰਿਆਜ਼ ਨੂੰ ਨਹੀਂ ਭੁੱਲਣਾ। ਇਹੀ ਇੱਕ ਕੀ ਹੈ ਸਕਸੈਸ ਦੀ, ਉਸਤਾਦ ਨੂੰ ਔਰ ਰਿਆਜ਼ ਨੂੰ ਨਹੀਂ ਭੁੱਲਣਾ। ਔਰ ਜਾਂਦੇ ਜਾਂਦੇ ਅਸੀਂ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਕਰਨਾ ਚਾਹਾਂਗੇ, ਇਨਕਲੂਡ ਮਨੀ, ਇਨਕਲੂਡ ਲੱਕੀ, ਔਰ ਤੁਹਾਡੇ ਦੋਹਾਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਇਨਕਲੂਡ ਆ ਜਿੰਨੇ ਸਾਨੂੰ ਕਮੈਂਟਸ ਪਾ ਰਹੇ ਨੇ, ਈਚ ਐਂਡ ਐਵਰੀਵਨ। ਸ਼੍ਰਿਆ ਦਾ ਨਾਂ ਤੇ ਮੈਨੂੰ ਯਾਦ ਹੋ ਗਿਆ, ਨੈਕਸਟ ਟਾਈਮ ਸ਼ੀ ਕਮਸ। ਔਰ ਅਗਰ ਸਾਡੇ ਚੈਨਲ ਤੇ ਤੁਸੀਂ ਨਵੇਂ ਆ ਤਾਂ ਡੂ ਸਬਸਕ੍ਰਾਈਬ ਐਂਡ ਸ਼ੇਅਰ, ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਔਰ ਇਹਨੂੰ ਸਬਸਕ੍ਰਾਈਬ ਕਰਾਓ। ਔਰ ਇਹਨਾਂ ਯੰਗ ਬੱਚਿਆਂ ਨੂੰ ਇਹਨਾਂ ਨੂੰ ਵੀ ਸੁਣੋ, ਔਰ ਇਹ ਕੀ ਅੱਗੇ ਕਰ ਰਹੇ ਨੇ, ਕੁਛ ਨਾ ਕੁਛ ਹਮੇਸ਼ਾ ਅੱਛੇ ਕਰਦੇ ਰਹੋ, ਵਜਾਉਂਦੇ ਰਹੋ, ਗਾਉਂਦੇ ਰਹੋ। ਔਰ ਲੁਕਿੰਗ ਫਾਰਵਰਡ ਕਿ ਬਹੁਤ ਜਲਦ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਕੁਛ ਕਰਨ ਜਾ ਰਹੇ ਹੋ ਨਵਾਂ ਪ੍ਰੋਜੈਕਟ, ਸੋ ਉਹਦੇ ਵਾਸਤੇ ਆਲਰੇਡੀ ਐਡਵਾਂਸ ਦੇ ਵਿੱਚ ਹੀ ਸਾਡੇ ਵੱਲੋਂ ਗੁੱਡ ਲੱਕ ਹੈ ਨਾ। ਔਰ ਇੱਕ ਹੋਰ ਚੀਜ਼ ਹੈ, ਜਦੋਂ ਤੁਹਾਡਾ ਪ੍ਰੋਜੈਕਟ ਆਏਗਾ ਨੈਚੁਰਲੀ ਲੱਕੀ ਜੀ ਸਾਡੇ ਨਾਲ ਸ਼ੇਅਰ ਕਰਨਗੇ, ਅਸੀਂ ਮਾਈ ਟੀਵੀ ਤੇ ਤੁਹਾਨੂੰ ਪ੍ਰਮੋਟ ਕਰਾਂਗੇ। ਹਾਂਜੀ ਬਿਲਕੁਲ। ਥੈਂਕ ਯੂ ਸੋ ਮਚ, ਥੈਂਕ ਯੂ। ਚਲੋ ਜੀ, ਹੁਣ ਅਸੀਂ ਅਲਵਿਦਾ ਲੈਂਦੇ ਹਾਂ। ਔਰ ਕੀਪ ਰੌਕਿੰਗ, ਕੀਪ ਸਿੰਗਿੰਗ। ਔਰ ਮੋਨੀ ਗਿੱਲ ਵੱਲੋਂ ਸਤਿ ਸ਼੍ਰੀ ਅਕਾਲ, ਰੱਬ ਰੱਖਾ। ਐਂਡ ਪਲੀਜ਼ ਡੂ ਮਾਸਕ Do wear mask. Okay. East or west, do wear mask.
ਚਲੋ ਜੀ ਇਸੇ ਨੋਟ ਦੇ ਨਾਲ ਅਲਵਿਦਾ, ਸਤਿ ਸ਼੍ਰੀ ਅਕਾਲ। ਔਰ ਹੁਣ ਅਸੀਂ ਜਾਂਦੇ ਜਾਂਦੇ ਅਸੀਂ ਇਹ ਕਹਾਂਗੇ ਕਿ ਜਿਹੜੀ ਸਾਡੀ ਆਡੀਅנס ਹੈ, ਥੈਂਕ ਯੂ ਸੋ ਮਚ ਈਚ ਐਂਡ ਐਵਰੀ ਵਨ ਅਗੇਨ। ਬਹੁਤ ਆਰਟਿਸਟ ਆਉਂਦੇ ਨੇ, ਬਹੁਤ ਆਰਟਿਸਟ ਗਾਉਂਦੇ ਨੇ। ਸਾਡੀ ਟੀਵੀ ਇੰਡਸਟਰੀ ਦੇ ਇੱਕ ਬਹੁਤ ਵੱਡੇ ਹੋਸਟ ਹਰਵਿੰਦਰ ਰਿਆੜ ਜੀ, ਉਹ ਨਹੀਂ ਰਹੇ, ਕੱਲ੍ਹ ਉਹ ਗੁਜ਼ਰ ਗਏ ਅਤੇ ਸਾਨੂੰ ਬਹੁਤ ਅਫਸੋਸ ਹੈ ਉਹਨਾਂ ਦੇ ਜਾਣ ਦਾ। ਬਹੁਤ ਹੀ ਤਗੜੇ ਅਮਰੀਕਾ ਦੀ ਗੱਲ ਕਰ ਰਿਹਾ ਮੈਂ, ਨਿਊਯਾਰਕ 'ਚ। ਸੋ ਵੀ ਹੈਡ ਅ ਚਾਂਸ ਟੂ ਮੀਟ ਹਿਮ, ਉਹਨਾਂ ਨੂੰ ਮੌਕਾ ਮਿਲਿਆ 2-4 ਜਗ੍ਹਾ 'ਤੇ ਮਿਲਣ ਦਾ, ਐਂਡ ਵੈਰੀ ਨਾਈਸ ਪਰਸਨ। ਸੋ ਜਦੋਂ ਕੋਈ ਆਪਣਾ ਜਾਂਦਾ ਤਾਂ ਦੁੱਖ ਬਹੁਤ ਹੁੰਦਾ, ਔਰ ਖਾਸ ਕਰਕੇ ਤੁਹਾਡੀ ਆਪਣੀ ਇੰਡਸਟਰੀ, ਸਾਨੂੰ ਅਸੀਂ ਫੈਮਿਲੀ ਸਮਝਦੇ ਹਾਂ, ਤਾਂ ਸਾਡੇ 'ਚ ਕੋਈ ਜਾਂਦਾ ਤਾਂ ਸਾਨੂੰ ਹੋਰ ਵੀ ਜ਼ਿਆਦਾ ਬਹੁਤ ਦੁੱਖ ਲੱਗਦਾ। ਅਤੇ ਰੱਬ ਉਹਨਾਂ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਵੇ, ਅਤੇ ਸਾਡੇ ਵੱਲੋਂ ਅਸੀਂ ਇਹ ਅਰਦਾਸ ਕਰਨੇ ਹਾਂ, ਜ਼ਿੰਦਗੀ ਇਟ ਕੀਪਸ ਔਨ ਗੋਇੰਗ। ਸੋ ਹੁਣ ਅਗਲੇ ਹਫ਼ਤੇ ਆਪਾਂ ਇਸੇ ਨੋਟ 'ਤੇ ਅਲਵਿਦਾ ਲਾਂਗੇ ਕਿ ਜਿੰਨੀ ਕੁ ਲਾਈਫ ਹੈ ਨਾ, ਉਹਨੂੰ ਇੱਕ ਦੂਸਰੇ ਨਾਲ ਇੰਜੋਏ ਕਰੋ, ਔਰ ਬਸ ਇੱਦਾਂ ਹੀ ਮਾਈ ਟੀ ਵੀ ਨੂੰ ਵੀ ਦੇਖਦੇ ਰਹੋ। ਔਰ ਅਗਰ ਤੁਸੀਂ ਹੁਣ ਟਾਈਮ ਹੋ ਗਿਆ ਅਲਵਿਦਾ ਲੈਣ ਦਾ, ਅਤੇ ਹੁਣ ਅਸੀਂ ਤੁਹਾਨੂੰ ਜਾਣਦੇ ਜੇ ਤੁਸੀਂ ਕੋਈ ਸੁਰੀਲੇ ਸਿੰਗਰ ਹੋ ਜਾਂ ਕਿਸੇ ਸੁਰੀਲੇ ਸਿੰਗਰ ਨੂੰ ਜਾਣਦੇ ਹੋ, ਕਿਸੇ ਅੱਛੇ ਆਰਟਿਸਟ ਨੂੰ ਜਾਣਦੇ ਹੋ, ਸਾਨੂੰ ਅਪਰੋਚ ਕਰੋ, ਅਸੀਂ ਉਹਨੂੰ ਟਾਈਮ ਹੋ ਗਿਆ ਮਿਸਟਰ ਗਿੱਲ ਐਡਵਰਟਾਈਜ਼ਿੰਗ ਦਾ। ਸੋ ਮਿਲਦੇ ਹਾਂ, ਮੇਕ ਸ਼ੋਰ ਟੂ ਸਬਸਕ੍ਰਾਈਬ ਆਰ ਫੇਸਬੁੱਕ ਐਂਡ YouTube ਚੈਨਲ। ਸੋ ਮੋਨੀ ਗਿੱਲ ਵੱਲੋਂ ਸਤਿ ਸ਼੍ਰੀ ਅਕਾਲ, ਰੱਬ ਰੱਖਾ। ਸਤਿ ਸ਼੍ਰੀ ਅਕਾਲ। Ramji Astrologer. Everything begins with faith. We walk by faith, not by sight. Ramji is in the USA. Virginia offers reliable and practical astrology solutions to all of life's problems. Confidentiality promise. Hi, my name is Kuldeep Gill. I'm broker of Sky Realty. The reason we are so successful because clients trust us. I've been doing this my whole life. My team is my wife, my office manager, and my agents. We look forward to earn your business, and we do speak your language. Thank you. Welcome to the world of entertainment, connecting people with culture. Enjoy one app for TV shows and 24/7 music. For more information, log into www.mytvc.us. Fun ka hangama, My TV Radio. Welcome to the world of entertainment, connecting people with